ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਪਟਿਆਲਾ ਸਾਹਿਬ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਵੀ ਆਪ ਜੀ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਪਤਾ ਲੱਗਾ ਕਿ ਸਾਡੇ ਸਾਹਿਬ ਜੀ ਕੁਲਤਾਰ ਸਿੰਘ ਸੰਧਵਾਂ ਸਮੇਤ ਪੰਜਾਬ ਦੇ ਕਈ ਮੰਤਰੀਆਂ ਸਮੇਤ ਸਪੀਕਰ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਦੀ ਅਦਾਲਤ ਨੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਨੇ। ਜਨਾਬ ਉਹਨਾਂ ਦਾ ਤਾਂ ਇੱਥੇ ਮੀਡੀਆ ਵੱਲੋਂ ਵੀ ਭਾਈਚਾਰੇ ਵੱਲੋਂ ਵੀ ਰੈੱਡ ਕਾਰਪੇਟ ਨਾਲ ਸਵਾਗਤ ਕੀਤਾ ਜਾ ਰਿਹਾ। ਉੱਧਰ ਦੇਸ਼ ਦੇ ਕਾਨੂੰਨ ਦੇ ਮੁਤਾਬਕ ਜਿਹੜੇ ਭਗਤ ਨੇ, ਦੇਸ਼ ਭਗਤ ਜਿਹੜੇ ਨੇ, ਉਹਨਾਂ ਦੇ ਵਿੱਚ ਵੀ ਮੈਂ ਮਹਾਰਥੀ ਵੇਖੇ ਨੇ ਉਹਨਾਂ ਦੇ ਨਾਲ ਖੜੇ। ਕੀ ਕਹਿਣਾ ਚਾਹੋਗੇ? ਜਿੱਥੋਂ ਤੱਕ ਕੁਲਤਾਰ ਸਿੰਘ ਸੰਧਵਾ ਹੋਰਾਂ ਦੀ ਗੱਲ ਆ ਜੀ, ਉਹ ਤੁਹਾਡੇ ਕੋਲੇ ਗਏ ਨੇ, ਬੜੀ ਖੁਸ਼ੀ ਦੀ ਗੱਲ ਆ। ਨਾ ਸਾਡੇ ਕੋਲ ਨਹੀਂ ਆਏ ਭਾ, ਸਾਡੇ ਕੋਲ ਨਹੀਂ ਆਏ, ਸਾਡੇ ਕੋਲ ਨਹੀਂ ਆਏ। ਸਾਡੇ ਕੋਲ ਸਿਰਫ ਆਮ ਆਦਮੀ ਪਾਰਟੀ ਜਿੱਦਣ ਜਿੱਤੀ ਸੀ ਉਦੋਂ ਮਾਮੂ ਜੀ ਲੱਡੂ ਲੈ ਕੇ ਆਏ ਸੀ ਬਸ। ਉਹ ਪਤਾ ਨਹੀਂ ਕਿਸ ਸੰਦਰਭ ਚ ਲੈ ਕੇ ਆਏ ਸੀ, ਮੂੰਹ ਮਿੱਠਾ ਕਰਾਉਣ ਲਈ ਆਏ ਸੀ ਜਾਂ ਮਾਮੂ ਜੀ ਨੂੰ ਸੁਨੇਹਾ ਦੇ ਦਿਓ ਕਿ ਸ਼ਾਮੀ ਤੁਹਾਡਾ ਅਸੀਂ 5 ਮਹੀਨੇ ਲੇਖਾ ਚੁੱਕਾ ਕਰਾਂਗੇ। ਚਲੋ ਕਿ 5 ਮਹੀਨਿਆਂ ਦੀ ਪ੍ਰਾਪਤੀ ਕੀ ਹੈ ਤੇ 5 ਮਹੀਨੇ ਨੁਕਸਾਨ ਕੀ ਹੈ ਤੇ 5 ਮਹੀਨੇ ਤੁਸੀਂ ਕੀਤਾ। ਹਾਂਜੀ ਚਲੋ ਤੁਹਾਡਾ ਧੰਨਵਾਦ। ਹੁਣ ਗੱਲ ਕਰਦੇ ਆਪਾਂ ਕੁਲਤਾਰ ਸਿੰਘ ਸੰਧਵਾ ਦੀ। ਮਾਮਲਾ ਉਹੀ ਹੈ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਵਿਹਲੇ ਲੋਕ ਅੱਜ ਦੇ ਧਰਨੇ ਵਗੈਰੇ ਕਰਨ ਵਾਸਤੇ ਇੱਥੇ ਰੱਖ। ਇਹ ਵੀ ਉਦੋਂ ਵਿਹਲੇ ਸਨ। ਸਨ 2000 ਦੇ ਵਿੱਚ 2020 ਦੇ ਵਿੱਚ ਵਿਹਲੇ ਸਨ ਤੇ ਵਿਹਲੇ ਹੋਏ ਜਦੋਂ ਤਰਨਤਾਰਨ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀ ਕੇ 100 ਬੰਦੇ ਬਣ ਗਿਆ ਸੀਗਾ। ਉਸ ਟਾਈਮ ਤੇ ਇਹਨਾਂ ਜਾ ਕੇ DC ਆਫਿਸ ਦੇ ਅੱਗੇ ਧਰਨਾ ਦਿੱਤਾ ਸੀ, ਟ੍ਰੈਫਿਕ ਰੋਕੀ ਸੀਗੀ। ਉਹਦੇ ਵਿੱਚ ਕੁਲਤਾਰ ਸਿੰਘ ਸੰਧਵਾ ਤੇ ਮੰਤਰੀ ਮੀਤ ਹੇਰ, ਲਾਲਜੀਤ ਭੁੱਲਰ, ਫਿਰ ਸਾਡੇ ਆਪਣੇ ਜਿਹੜੇ ਸੀ ਹਰਭਜਨ ਸਿੰਘ ਜਿਹੜੇ ਸਾਡੇ ਬਿਜਲੀ ਮੰਤਰੀ ਨੇ ਅੱਜ ਕੱਲ, ਇਹ ਸਾਰੇ ਉੱਥੇ ਗਏ ਸੀ। ਇਹਨਾਂ ਦੇ ਖਿਲਾਫ ਉਦੋਂ ਕਾਂਗਰਸ ਸਰਕਾਰ ਨੇ ਇੱਕ ਮੁਕੱਦਮਾ ਦਰਜ ਕਰ ਦਿੱਤਾ ਸੀਗਾ ਤੇ ਮੁਕੱਦਮੇ ਦੀ ਬਹੁਤੀ ਪਰਵਾਹ ਨਾ ਇਹਨਾਂ ਕੀਤੀ ਦਾ ਸਰਕਾਰ ਨੇ। ਹੁਣ ਲੱਗਦਾ ਵੀ ਜਿਹੜੀ ਭਗਵੰਤ ਮਾਨ ਸਰਕਾਰ ਉਹ ਪਿਛਲਾ ਲੋਖਾ ਜੋਖਾ ਕਰ ਰਹੀ ਆ, ਉਸ ਲੇਖੇ ਜੋਖੇ ਦੇ ਤਹਿਤ ਇਹਨਾਂ ਦੇ ਤਰਨਤਾਰਨ ਦੀ ਕੋਰਟ ਵੱਲੋਂ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ। ਭਾਈ ਅਦਾਲਤ ਪੇਸ਼ ਹੋ ਕੇ ਤੇ ਆਪਣੀਆਂ ਜ਼ਮਾਨਤਾਂ ਲਓ। ਜਾਂ ਤੇ ਇਹ ਭੁੱਲ ਗਏ ਵੀ ਸਰਕਾਰ ਸਾਡੀ ਨਹੀਂ ਹੈਗੀ। ਜੇ ਸਰਕਾਰ ਆਪਣੀ ਹੁੰਦੀ ਤੇ ਪਹਿਲਾਂ ਲੇਖਾ ਜੋਖਾ ਕਰਕੇ ਤੇ ਕੇਸ ਵਾਪਸ ਲੈਂਦੇ। ਕੇਸ ਹੋਣੀ ਵਾਪਸ ਹੋਏਗਾ, ਪੁਲਿਸ ਕੇਸ ਵਾਪਸ ਲਏਗੀ। ਲੇਕਿਨ ਅਦਾਲਤ ਨੇ ਇੱਕ ਖਬਰ ਬਣਾ ਦਿੱਤੀ ਕਿ ਇਹਨਾਂ 3-4 ਬੰਦਿਆਂ ਦੇ ਗੈਰ ਜ਼ਮਾਨਤੀ ਵਾਰੰਟ ਜਿਹੜੇ ਇਸ ਵੇਲੇ ਸੰਵਿਧਾਨਕ ਅਹੁਦੇ ਦੇ ਵਿੱਚ ਇਹਨਾਂ ਦੇ ਜਾਰੀ ਕੀਤੇ ਨੇ, ਕਿਉਂਕਿ ਇਹਨਾਂ ਨੇ ਸਰਕਾਰੀ ਕੰਮਕਾਰ ਦੇ ਵਿੱਚ ਅੜਚਨ ਪਾਈ, ਰੁਕਾਵਟ ਪਾਈ ਸੀਗੀ। ਭਾਵੇਂ ਮੁੱਦਾ ਠੀਕ ਸੀਗਾ, ਆਪੋਜੀਸ਼ਨ ਪਾਰਟੀਆਂ ਕਰਦੀਆਂ ਹੁੰਦੀਆਂ ਜੀ। ਉਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦਾ ਸੀ ਕੈਪਟਨ ਪਰਚਾ ਦਰਜ ਕਰਕੇ ਵਿਖਾਏ, ਉਹਨੇ ਆਹ ਕੀਤਾ ਜੀ ਕਰਨੇ ਦੱਸੋ ਤੇ ਜਾ ਕਹਿੰਦਾ ਫੜ ਕੇ ਵਿਖਾਓ, ਉਹਨੂੰ ਫੜ ਵੀ ਲੈਣਾ। ਜਿਹਦਾ ਭਗਵੰਤ ਮਾਨ ਨੇ ਕਿਹਾ ਕਹਿੰਦੇ ਸਾਨੂੰ ਫੜ ਕੇ ਵਿਖਾਓ ਆਸ਼ੂ ਵਰਗੇ, ਜੇ ਫੜ ਲਈ ਤੇ ਰੌਲਾ ਪਾਉਂਦੇ। ਬਿਲਕੁਲ ਇਸ ਕਰਕੇ ਇਹਨੂੰ ਇਹ ਮੱਤ ਭੁੱਲਣ ਜੀ, ਇਹ ਮੱਤ ਭੁੱਲਣ। ਕੱਲ ਨੂੰ ਜੇ ਕੋਈ ਤਬਦੀਲੀ ਹੋਈ ਇਹੋ ਕੁਝ ਹੀ ਇਹਨਾਂ ਦਾ ਹੋਣਾ। ਬਿਲਕੁਲ ਘੱਟ ਇਹਨਾਂ ਵੀ ਨਹੀਂ ਕਰਨੀ। ਤੁਸੀਂ ਆਉਣ ਵਾਲੇ ਸਮੇਂ 'ਚ ਵੇਖੋ ਕੀ ਕੁਛ ਨਿਕਲਦਾ। ਸਿਰਫ ਇਹ ਆ ਵੀ ਵਿਚੋਲੇ ਇਹਨਾਂ ਚੇਂਜ ਕਰ ਲਏ, ਵਿਚੋਲੇ ਵਧਾ ਲਏ ਨੇ ਵੀ ਭਾਈ ਤੂੰ ਇਸ ਮੋੜ ਤੇ ਨਹੀਂ, ਉਸ ਮੋੜ ਤੇ ਨਹੀਂ, ਉਸ ਮੋੜ ਤੇ ਨਹੀਂ, ਉਸ ਮੋੜ ਤੇ, ਉਸ ਮੋੜ ਤੇ, ਉਸ ਮੋੜ ਤੇ ਅਗਨੀ ਕਿਸੇ ਦੀ ਕੋਈ ਗੱਲ ਜੀ ਘੱਟ ਨਹੀਂ ਕਿਸੇ ਵੀ ਕਰਨੀ। ਹੁਣ ਇਸ ਕਰਕੇ ਇਹਨਾਂ ਦੀ ਗੈਰ ਜ਼ਮਾਨਤੀ ਵਾਰੰਟ ਹੋ ਗਿਆ ਤੇ ਇਹ ਵਿਦੇਸ਼ਾਂ 'ਚ ਘੁੰਮ ਰਹੇ ਨੇ। ਹੁਣ ਵੇਖੋ ਅਦਾਲਤ ਕੋਈ ਪੇਸ਼ ਹੁੰਦੇ ਕਿ ਹੁੰਦੇ। ਕਹਿੰਦੇ ਸੀ ਚੱਲ ਜਾਣਾ ਸੋਮਵਾਰ ਨੂੰ, ਸਾਨੂੰ ਤੇ ਪਤਾ ਲੱਗਾ ਸੀਗਾ। ਚਲੋ ਫੋਨ ਆਇਆ ਸੀ ਵੀਕਐਂਡ ਤੇ ਅਸੀਂ ਬਿਜੀ ਹੁੰਦੇ ਆ। ਤੁਸੀਂ ਗੱਲਾਂ ਗਲਤ ਕਰ ਰਹੇ ਹੋ, ਤੁਹਾਡਾ ਗਲਾ ਠੀਕ ਆ ਕਿ ਉਹ ਕਿਸੇ ਮੀਡੀਆ ਨਾਲ ਗੱਲ ਨਹੀਂ ਕਰ ਰਹੇ, ਲੇਕਿਨ ਉਹ ਮਜਬੂਰ ਨੇ। ਨਹੀਂ ਕਿਉਂ ਨਹੀਂ ਕਰ ਰਹੇ? ਮੀਡੀਆ ਵਾਲਿਆਂ ਨਾਲ ਗੱਲ ਕਰ ਰਹੇ ਨੇ। ਮੀਡੀਆ ਵਾਲੇ 94 ਮੀਡੀਆ ਦੇ ਵਿੱਚ ਆ ਗਏ। ਫਿਰ 94 ਮੀਡੀਆ ਵਾਲੇ ਮਾਈਕ ਅੱਗੇ ਬੈਠੇ ਹੋਏ ਨੇ। ਘਰ ਨੇ, ਘਰਾਂ ਦੇ ਵਿੱਚ, ਵੱਡੇ ਵੱਡੇ ਘਰਾਂ ਦੇ ਵਿੱਚ ਆਮ ਆਦਮੀ ਦੇ ਆਮ ਬੰਦਿਆਂ ਨਾਲ ਉਹ ਗੱਲਾਂ ਕਰ ਰਹੇ ਨੇ ਤੇ ਉਹ ਕਰ ਰਹੇ ਨੇ ਗੱਲਾਂ। ਮੀਡੀਆ ਨੂੰ ਇੰਟਰਵਿਊ ਦੇ ਰਹੇ ਨੇ। ਜਿਹੜੀ ਗੱਲ ਮੈਂ ਕਰਾਂ ਸਮਝੇ ਨਹੀਂ। ਹਾਂਜੀ, ਮੇਰਾ ਕਹਿਣ ਤੋਂ ਪਾਵੋ ਗੱਲ ਕਰ ਰਹੇ ਨੇ
ਉਹਨਾਂ ਬੰਦਿਆਂ ਦੇ ਘਰ ਜਿਹੜੇ ਪਹਿਲਾਂ ਸਵਾਲ ਲਿਖ ਕੇ ਦਿੰਦੇ ਮਹਾਰਾਜ ਆਹ ਤੁਹਾਨੂੰ ਪੁੱਛ ਰਹੇ ਦੱਸੋ ਕਿਹੜਾ ਕੱਟਣਾ ਤੇ ਕਿਹੜਾ ਰੱਖਣਾ। ਅੱਛਾ 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 ਤੇ ਤੁਸੀਂ ਤੇ ਜਿਹੜਾ ਏਟਾਂ ਨੂੰ ਸਿੱਧੇ ਮੱਥੇ ਦੇ ਵਿੱਚ ਤੇ ਤੁਹਾਡੇ ਕੋਲ ਕਿਉਂ ਆਉਣਗੇ ਉਹ? ਉਹਨਾਂ ਕੋਲ ਸਵਾਲਾਂ ਦੇ ਜਵਾਬ ਨਹੀਂ ਹੈਗੇ ਅਜੇ ਤੱਕ। 5 ਮਹੀਨੇ ਤੁਸੀਂ ਦੇਸ਼ ਛੱਡੇ, 5 ਮਹੀਨਿਆਂ ਦੇ ਵਿੱਚ ਅਜੇ ਤੱਕ ਕੋਈ ਰੋਡ ਮੈਪ ਨਹੀਂ ਬਣਿਆ। ਚਲੋ ਇਹ ਸਵੇਰੇ ਕਰਾਂਗੇ ਆਪਾਂ ਲਗਾਤਾਰ। ਮੈਂ ਵੀ ਕੋਸ਼ਿਸ਼ ਕਰੂੰਗਾ ਕਿ ਤੁਹਾਨੂੰ ਅੱਧਾ ਘੰਟਾ ਲਗਾਤਾਰ ਬਤੌਰ ਕਮਰਸ਼ਲ ਦਿੱਤਾ ਜਾਵੇ। ਚਲੋ, ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਵਾਲੀ ਪਟੀਸ਼ਨ पंजाब एंड हरियाणा कोर्ट ने की थी रद्द। शहीदों के चिताओं पे लगेंगे हर बरस मेले, वतन पे मिटने वालों का बाकी यही निशान होगा। हुण मैं कौड़ा लफ्ज ना बोला। शहीद भगत सिंह नूं शहीद दा दर्जा देण वाली पटीशन पंजाब एंड हरियाणा हाई कोर्ट ने की है रद्द। ये तो हरियाणा हाई कोर्ट ने कोर्ट का फैसला, पर जिदन मार्च महीना आना ना अगला, तो उदन इन्हां दा मतलब शहीदी पुरब मनाया जाता है ना जी जी जी। ते उदन ये हार पाउण आउंदे ने लीडर वख-वख, ते शहीद भगत सिंह दे वारस फिर की कहां हुण मैं, तुसीं समझ ही गए हो की कहना चाहो। ਜਿਹੜੀ ਅਦਾਲਤ ਅਸੀਂ ਅਦਾਲਤ ਤੇ ਕੋਈ ਅਦਾਲਤ ਤੇ ਨਹੀਂ ਕਿੰਤੂ ਪਰੰਤੂ ਕਰ ਰਹੇ। ਅਦਾਲਤ ਦਾ ਫੈਸਲਾ ਸਿਰ ਮੱਥੇ, ਜੋ ਵੀ ਰੱਦ ਕੀਤੀ ਆ ਮੰਨੀ ਆ, ਕਿਸ ਆਧਾਰ ਤੇ ਮੰਨੀ ਆ, ਕਿਉਂ ਰੱਦ ਕੀਤੀ ਆ। ਪਰ ਜਿਹੜੇ ਸੋ ਕਾਲ ਲੀਡਰਾਂ ਦੀ ਗੱਲ ਕਰ ਰਹੇ, ਜਿਹੜੇ ਹਾਰ ਪਾਉਣ ਆਉਂਦੇ ਨੇ ਇੱਕ ਦਿਨ, ਹਾਂਜੀ, ਉਹਨਾਂ ਦੇ ਬੁੱਤਾਂ ਦੇ ਉੱਤੇ, ਉਹਦੀ ਗੱਲ ਕਰ ਰਹੇ। ਹਾਂਜੀ, ਮੈਂ ਉਹੀ ਗੱਲ ਕਰਨਾ ਚਾਹੁੰਦਾ। ਅਦਾਲਤ ਨੇ ਪਹਿਲਾਂ ਜਿਹੜੀ ਦਿੱਲੀ ਹਾਈ ਕੋਰਟ ਸੀ ਉਹਨੇ ਇਹ ਪਟੀਸ਼ਨ ਰੱਦ ਕੀਤੀ, ਖਾਰਜ ਕੀਤੀ ਕਿ ਦੱਸੋ ਕਿਹੜੀ ਬਣਾ ਤੇ ਤੁਸੀਂ ਸ਼ਹੀਦ ਦਾ ਦਰਜਾ ਮੰਗਦੇ। ਜਿਹੜਾ ਪਟੀਸ਼ਨ ਸੀ ਉਹ ਪੇਸ਼ ਕੋਈ ਰਿਕਾਰਡ ਹੀ ਨਹੀਂ ਪੇਸ਼ ਕਰ ਸਕਿਆ ਕਿ ਇਸ ਬਣਾ ਤੇ ਮੰਗਦੇ ਸੀ। ਜੇ ਆਪਾਂ ਸੰਵਿਧਾਨ ਦੀ ਗੱਲ ਕਰੀਏ ਤੇ ਤਤਕਾਲੀ ਸੰਵਿਧਾਨ ਦੇ ਮੁਤਾਬਕ ਜਿਹੜੀ ਤਤਕਾਲੀ ਕੋਰਟ ਸੀ ਉਹਦੇ ਮੁਤਾਬਕ ਫੈਸਲਾ ਕੀਤਾ। ਜਿਹੜਾ ਫੈਸਲਾ ਸੰਵਿਧਾਨ ਮੁਤਾਬਕ ਹੋਇਆ ਉਹਨੂੰ ਕਹਿੰਦੇ ਕਿਹਨੇ ਕੋ ਕੋਰਟ ਕਰੂ। ਇਸੇ ਤਰ੍ਹਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜਾਂ ਨੇ ਵੀ ਕਿਹਾ ਕਿ ਜਿਹੜਾ ਬੰਦਾ ਪਟੀਸ਼ਨਰ ਸੀਗਾ ਉਹ ਇਹਨੂੰ ਸਾਬਤ ਹੀ ਨਹੀਂ ਕਰ ਸਕਿਆ ਕਿ ਉਹ ਸ਼ਹੀਦ ਕਿਵੇਂ ਗਿਣੇ ਜਾਵੇ, ਕਿਵੇਂ ਇਹਨੂੰ ਸ਼ਹੀਦ ਦਰਜੇ ਦੇ ਦਿੱਤੇ। ਇਹ ਪੋਲੀਟੀਕਲ ਮਾਮਲਾ ਹੋਣ ਤੇ ਸਾਡੀ ਸਰਕਾਰ ਨੂੰ ਚਾਹੀਦਾ ਇਹਨੂੰ ਸ਼ਹੀਦ ਦਾ ਦਰਜਾ ਦੇਵੇ। ਜਾਂ ਤੇ ਇਹ ਕੋਈ ਸ਼ਰਤ ਕੀਤੀ ਗਈ ਪਹਿਲਾਂ ਦਿੱਲੀ ਹਾਈ ਕੋਰਟ ਤੋਂ ਬਾਅਦ ਪੰਜਾਬ ਹਾਈ ਕੋਰਟ ਦੀ ਬੰਦੀ ਜੀ ਅਦਾਲਤ ਨੇ ਦਿੱਤਾ ਦਰਜਾ, ਤੁਸੀਂ ਕਿਵੇਂ ਦੇ ਦਿਓ ਉਹਨੂੰ। ਇਹ ਸਰਕਾਰਾਂ ਨੇ ਸ਼ਹੀਦ ਬਣਾਉਣਾ ਨਾ ਕਿ ਸਾਡੇ ਸ਼ਹੀਦ ਨੇ, ਉਹ ਨਹੀਂ ਕੀਤਾ ਗਿਆ। ਇਸ ਕਰਕੇ ਅਦਾਲਤ ਕਹਿੰਦੀ ਹੈ ਕਿ ਸਾਨੂੰ ਇਹ ਦੱਸੋ ਕਿ ਅਸੀਂ ਉਹਨੂੰ ਸ਼ਹੀਦ ਦਾ ਦਰਜਾ ਕਿਹਦੀ ਬਣਾ ਕੇ ਦਈਏ ਤੇ ਜਿਹੜਾ ਪਟੀਸ਼ਨ ਸੀ ਉਹ ਪੇਸ਼ ਨਹੀਂ ਕਰ ਸਕਿਆ, ਜਿਸ ਕਰਕੇ ਜਿਹੜੀ ਅਦਾਲਤ ਤੇ ਕਰਜ਼ੀ ਜਿਹੜੀ ਹੈ ਦੂਸਰੀ ਵੀ ਖਾਰਜ ਕੀਤੀ ਹੈ। ਪਹਿਲਾਂ ਦਿੱਲੀ ਹਾਈ ਕੋਰਟ ਨੇ ਕੀਤੀ ਹੈ ਤੇ ਹੁਣ ਇਹ ਜਿਹੜੀ ਸੀ ਸਾਡੀ ਪੰਜਾਬ ਵਾਲੇ ਹਾਈ ਕੋਰਟ ਨੇ ਕਰ ਦਿੱਤੀ ਹੈ। ਪਹਿਲਾਂ ਤੇ ਪੂਰੀ ਤਿਆਰੀ ਕਰਕੇ ਜਾਓ ਕਿ ਅਸੀਂ ਕਹਿਣਾ ਕੀ ਚਾਹੁੰਦੇ ਹਾਂ, ਪੂਰਾ ਰਿਕਾਰਡ ਲੈ ਕੇ ਜਾਓ ਜਾ ਕੇ ਪਾਕਿਸਤਾਨ ਦੇ ਵਿੱਚ ਲਿਆਓ ਰਿਕਾਰਡ ਕਢਾ ਕੇ ਉੱਥੋਂ ਦੀ ਐਫਆਈਆਰ ਕੀਤੀ ਸੀ ਕੀ ਉਹਦੀ ਲਿਖਿਆ ਵੀ ਭਗਤ ਸਿੰਘ ਨੇ ਗੋਲੀ ਮਾਰੀ ਸੀ, ਉਹਦੇ ਚ ਨਹੀਂ ਲਿਖਿਆ। ਉਹ ਤੁਸੀਂ ਕਰਦੇ ਨਹੀਂ, ਜਾਂ ਤੇ ਪੂਰਾ ਰਿਕਾਰਡ ਲਿਆ ਕੇ ਕੋਰਟ ਪੇਸ਼ ਕਰੋ ਜੀ, ਵੇਖੋ ਇਹਦਾ ਕਸੂਰ ਕੋਈ ਨਹੀਂ ਸੀ, ਨਜਾਇਜ਼ ਸਜ਼ਾ ਹੋਈ ਹੈ। ਇਹ ਤੇ ਬੰਦਾ ਇਨਕਲਾਬੀ ਸੀਗਾ, ਇਹ ਤੇ ਆਜ਼ਾਦੀ ਦੀ ਜੰਗ ਲੜਦਾ ਸੀ। ਉਹ ਸਾਰੇ ਕਾਲੀ ਨਾਲੋਂ ਕਿਹੜੇ ਮੋਰਚੇ ਚ ਭਾਗ ਲਿਆ, ਕਿੱਥੇ ਜਾ ਕੇ ਉਹਨੇ ਸਪੀਚਸ ਕੀਤੀਆਂ ਵਾ, ਜੇਲ੍ਹ ਚਿੱਠੀਆਂ ਉਹਦੀਆਂ ਲਾਓ ਪਿੱਛੇ ਲਾਈਆਂ, ਵੀ ਨਾਲ ਕੁਛ ਨਹੀਂ ਲਾਇਆ। ਤੇ ਅਦਾਲਤ ਨੇ ਕਹਿ ਦਿੱਤਾ ਕਿ ਉਹ ਸਾਬਤ ਹੀ ਨਹੀਂ ਕਰ ਸਕਿਆ ਕਿ ਇਹ ਸ਼ਹੀਦ ਹੈ, ਇਸ ਕਰਕੇ ਸ਼ਹੀਦ ਦਾ ਦਰਜਾ ਖਾਰਜ ਕਰ ਜੀ। ਭਾਈ ਬਹੁਤਾ ਕਹਿੰਦੇ ਨੇ ਨਾ ਬੋਲਿਆ ਕਰੋ, ਮਾਫੀ ਮੰਗਣ ਵਾਲੇ ਸ਼ਹੀਦ ਨੇ। ਮਾਫੀ ਮੰਗਣ ਵਾਲੇ ਸ਼ਹੀਦ ਤੇ ਮਾਫੀ ਵਾਲੇ ਸ਼ਹੀਦ ਵੇਖੋ ਬੁਲਬੁਲ ਤੇ ਬੈਠ ਕੇ ਜਿਹੜੀ ਉਹ ਸੈਰ ਕਰਦੇ ਅੱਜ ਕੱਲ੍ਹ, ਬੁਲਬੁਲ ਤੇ ਬੈਠ ਕੇ ਆਉਂਦੇ ਸੀ ਕਾਲੇ ਪਾਣੀਆਂ ਤੋਂ, ਤੇ ਬੁਲਬੁਲ ਕੇ ਬੈਠ ਕੇ ਚਲ ਜਾਂਦੇ ਸੀ। ਤੇ ਉੱਥੇ ਗਦਰ ਲਹਿਰ ਦੇ ਬੱਬਰ ਅਕਾਲੀ ਜਿਹੜੇ ਬੈਠੇ ਸੀ, ਸਵੇਰੇ ਸ਼ਾਮ ਬਾਣੀ ਦੇ ਨਾਲ ਜੁੜਨ ਵਾਲੇ, ਨਾਮ ਬਾਣੀ ਦਾ ਸਿਮਰਨ ਕਰਨ ਵਾਲੇ ਯੋਧੇ, ਮਾਫੀ ਮੰਗਣ ਵਾਲੇ ਸ਼ਹੀਦ ਨੇ, ਵੀਰ ਨੇ। ਤੇ ਇਹ ਹੁਣ ਗੱਲ ਕਿ ਇਹਨਾਂ ਕਬੀਰ ਨੇ ਬੜੀ ਸੋਹਣੀ ਗੱਲ, ਮੈਂ ਵੀਡੀਓ ਵੇਖ ਰਿਹਾ ਸੀਗਾ, ਅਸੀਂ ਭਗਵੰਤ ਮਾਨ ਦੇ ਕੋਈ ਵਿਰੋਧੀ ਨਹੀਂ, ਆਮ ਆਦਮੀ ਪਾਰਟੀ ਵਾਲੇ ਨੋਟ ਕਰਿਓ, ਸਵਾਲ ਤੁਹਾਡੇ ਹੀ ਨੇ। ਜਦੋਂ ਆਮ ਆਦਮੀ ਪਾਰਟੀ ਨਹੀਂ ਸੀ, ਤੁਸੀਂ ਇਸ ਪ੍ਰੋਗਰਾਮ ਨੂੰ ਸਵਾਲ ਟੈਕਸ ਵੀ ਕਦੇ ਕੀਤਾ ਹੋਊਗਾ, ਪੁੱਛਿਆ ਵੀ ਹੋਊਗਾ
ਅੱਜ ਜਿੰਨੇ ਕਾਂਗਰਸੀ ਸੀ ਨਾ ਸਾਰੇ ਇੱਥੇ ਪੱਟੀ ਸਾਹਿਬ, ਸੱਚੀ ਗੱਲ ਮੈਂ ਕਹਿਣ ਲੱਗਾ, ਬੜਿਆਂ ਨੂੰ ਮਿਰਚਾਂ ਲੱਗਣੀਆਂ ਤੇ ਕਈਆਂ ਨੂੰ ਉਹ ਸਾਦਾ ਕੋਈ ਲੜਦੇ ਹੁੰਦੇ ਨਾ ਕਿ ਉਹ ਮਾਂਗ ਨੂੰ ਚਮੂਣੇ ਜੇ, ਉਹ ਵੀ ਲੜਨਗੇ। ਜਿਹੜੇ 1997 ਦੇ ਵਿੱਚ ਅਸੀਂ 1984 ਦੀ ਗੱਲ ਕਰਦੇ ਹੁੰਦੇ ਸੀ ਨਾ, ਦਰਬਾਰ ਸਾਹਿਬ ਦੀ ਜਾਂ ਦੂਜੀ ਤੀਜੀ ਹਨਾ, ਤੇ ਬੱਸਾਂ ਚੋਂ ਕੱਢ ਕੇ ਮਾਰਨ ਵਾਲਿਆਂ ਦੀ ਵੀ, ਨਿਰਦੋਸ਼ੀਆਂ ਦੀ ਵੀ ਗੱਲ ਕਰਦੇ ਸਾਂ, ਉਦੋਂ ਕੰਨਾਂ 'ਚ ਪੜਦੇ ਪਏ ਹੁੰਦੇ ਸੀ। ਤੇ ਉਸ ਵਕਤ ਜਿਹਨੇ ਕੱਟੜ ਕਾਂਗਰਸੀ ਇੱਥੇ ਨਾਰਥ ਅਮਰੀਕਾ ਦੇ ਵਿੱਚ ਜਿਹੜੇ ਸੀ, ਕਈਆਂ ਕਾਂਗਰਸ ਦੀਆਂ ਪਾਰਟੀਆਂ ਦੇ ਪ੍ਰਧਾਨ ਸ਼ਰਧਾਨ ਵੀ ਰਹੇ ਹੋਣਗੇ ਸਾਬਕਾ ਦੂਜੇ ਤੀਜੇ, ਅੱਜ ਉਹ ਕੱਟੜ ਭਾਜਪਾਈ ਨੇ। ਜੀ ਜੀ ਜੀ, ਅੱਜ ਪਾਰਟੀ ਦਲ ਬਦਲ ਲਿਆ ਉਹਨੇ। ਅੱਜ ਉਦੋਂ ਕਿਉਂਕਿ ਭਾਜਪਾ ਦਾ ਉਦੋਂ ਸੇ ਨਹੀਂ ਸੀ ਨਾਰਥ ਅਮਰੀਕਾ ਦੇ ਵਿੱਚ, ਅੱਜ ਉਹਨਾਂ ਦੇ ਵਿੰਗ ਬਣਦੇ ਪਏ ਨੇ। ਚੰਗੀ ਗੱਲ, ਮਾੜੀ ਗੱਲ ਕੋਈ ਨਹੀਂ। ਅਸੀਂ ਮੀਡੀਆ ਆਪਣਾ ਫਰਜ਼ ਨਿਭਾਉਣਾ, ਅਸੀਂ ਮਾੜੇ ਨੂੰ ਮਾੜਾ ਕਹਿਣਾ, ਚੰਗੇ ਨੂੰ ਚੰਗਾ ਕਹਿਣਾ, ਅਸੀਂ ਗਲਤ ਨਹੀਂ ਕਹਿਣਾ। ਜਿੰਨੇ ਦੇਸ਼ ਭਗਤ ਉਹ ਨੇ, ਉਹਨੂੰ 10 ਗੁਣਾ ਦੇਸ਼ ਭਗਤ ਅਸੀਂ ਹੋ ਸਕਦੇ ਹਾਂ, ਕਿਉਂਕਿ ਅਸੀਂ ਇਹਨਾਂ ਸੋ ਕਾਲਡ ਲੀਡਰਾਂ ਦੇ ਪਰਦੇ ਯਾਰ ਕਰਦੇ ਹਾਂ। ਇਹ ਦੇਸ਼ ਭਗਤ ਨਹੀਂ, ਇਹ ਦੇਸ਼ ਦੇ ਗਦਾਰ ਹੋਣਗੇ ਜਿਹੜੇ ਦੇਸ਼ ਨੂੰ ਵੇਚਦੇ ਨੇ, ਲੁੱਟਦੇ ਨੇ, ਉਹ ਉਹਨਾਂ ਦੀ ਗੱਲ ਕਰਦੇ ਹਾਂ ਆਪਾਂ। ਜਿੰਨੇ ਉਸ ਵਕਤ 1997 ਤੋਂ ਲੈ ਕੇ ਹੁਣ 25 ਸਾਲ ਦੇ ਸਫ਼ਰ ਦਾ, ਜਦੋਂ ਅਸੀਂ ਉਹ ਦਰਬਾਰ ਸਾਹਿਬ ਦੇ ਅਟੈਕ ਦੀ ਜਾਂ ਦਿੱਲੀ ਦੇ ਵਿੱਚ ਕਤਲੇਆਮ ਦੀ ਗੱਲ ਕਰ ਸੀ, ਕਿਉਂਕਿ ਕਾਂਗਰਸੀ ਸਾਨੂੰ ਮਰੀਆਂ ਮਿਰਚਾਂ ਲੱਗਦੀਆਂ। ਮੈਂ ਗਿਣਾ ਸਕਦਾ ਕਿੰਨੇ ਕਾਂਗਰਸ ਦੇ ਵੱਡੇ ਵੱਡੇ ਬਿਜ਼ਨਸ ਨੇ ਸਾਨੂੰ ਕਦੀ ਐਡਵਰਟਾਈਜ਼ਮੈਂਟ ਦਿੱਤੀ ਉਹਨਾਂ ਨੇ। ਕਾਰਨ ਕੋਈ ਨਹੀਂ ਕਿ ਇੱਕ ਪ੍ਰੋਗਰਾਮ ਨੂੰ ਸੁਣਦੇ ਨਹੀਂ, 25 ਸਾਲ ਹੋ ਗਏ, ਸੁਣਦੇ ਵੀ ਨਹੀਂ, ਉਹ ਗੱਲਾਂ ਵੀ ਕਰਦੇ ਨੇ। ਅੱਜ ਉਹ ਭਾਜਪਾਈ ਨੇ, ਪਰ ਹੋ ਸਕਦਾ ਕੱਲ ਪਰਸੋਂ ਚੌਥ ਨੂੰ ਜੇ ਆਮ ਆਦਮੀ ਪਾਰਟੀ ਦਾ ਗ੍ਰਾਫ ਥੋੜ੍ਹਾ ਜਿਹਾ ਉੱਤੇ ਗਿਆ ਤਾਂ ਉਹ ਆਮ ਆਦਮੀ ਪਾਰਟੀ ਵਾਲੇ ਪਾਸੇ ਜਾ ਸਕਦੇ ਨੇ। ਪਰ ਅਸੀਂ ਉੱਥੇ ਦੇ ਹਾਂ, ਅਸੀਂ ਉੱਥੇ ਦੇ ਉੱਥੇ ਹੀ ਹਾਂ। ਇਹੀ ਕਾਰਨ ਹੈ ਕਿ 25 ਸਾਲ ਕੱਢ ਗਏ ਨੇ ਅਸੀਂ। ਸੋ ਜੇ ਪੱਗ ਬੰਨ੍ਹਣ ਦੇ ਨਾਲ ਭਗਤ ਸਿੰਘ ਦੇ ਵਾਰਸ ਬਣ ਸਕਦੇ ਨੇ ਤੇ ਉਹਦੇ ਸ਼ਹੀਦ ਨੂੰ ਸ਼ਹੀਦੀ ਦਾ ਰੁਤਬਾ ਦੇਣ ਵਾਸਤੇ, ਦਿਵਾਉਣ ਵਾਸਤੇ ਤੁਸੀਂ ਉਹ ਕਦਮ ਹੀ ਨਹੀਂ ਉਠਾ ਸਕਦੇ ਜਿਹੜੇ ਉਠਾਉਣੇ ਨੇ, ਤੇ ਫਿਰ ਪੱਗ ਬੰਨ੍ਹਣ ਦਾ ਫਾਇਦਾ ਕੀ? ਵਿਰੋਧੀ ਨਹੀਂ ਅਸੀਂ। ਇੱਕ ਵੀਰ ਨੇ ਬੜੀ ਸੋਹਣੀ ਗੱਲ, ਵੀਡੀਓ ਆ ਕੱਲ ਮੈਂ ਵੇਖਦਾ ਸੀ, ਉਹਨੇ ਕਿਹਾ ਕਿ ਭਗਤ ਸਿੰਘ ਵਾਲੀ ਪੱਗ ਬੰਨ੍ਹ ਕੇ ਭਗਤ ਸਿੰਘ ਦੇ ਵਾਰਸ ਨਹੀਂ ਬਣਿਆ ਜਾਂਦਾ, ਉਹਦੀ ਸੋਚ ਨੂੰ ਅਪਣਾਉਣ ਦੇ ਨਾਲ ਭਗਤ ਸਿੰਘ ਦੇ ਵਾਰਸ ਬਣਨਾ। ਤੇ ਤੁਸੀਂ ਭੇਜਦੇ ਪਏ ਹੋ ਸ਼ਹੀਦੀ ਦਰਜਾ ਦਿਵਾਉਣ ਵਾਸਤੇ, ਤੇ ਅਧੂਰੀ ਫਾਈਲ ਤੇ ਤੁਸੀਂ ਬਾਕੀਆਂ ਫਾਈਲਾਂ ਨੂੰ ਕੀ ਕਰੋਗੇ? ਸਵਾਲ ਹੀ ਆ। ਬਾਕੀ ਗੁੱਸਾ ਕਰਨਾ ਕਰ ਲਿਓ, ਨਹੀਂ ਕਰਨਾ ਨਾ ਕਰਿਓ। 70,000 ਅਯੋਗ ਪੰਜਾਬ ਵਿੱਚ ਲਾਭ ਪਾਦਰੀਆਂ ਦੀ ਪੈਨਸ਼ਨ ਬਣੀ ਅਧਿਕਾਰੀਆਂ ਲਈ ਟੈਨਸ਼ਨ। ਤੇ ਇਧਰ ਇੱਕ ਕਾਲਰ ਨੇ, ਕੁਇਕਲੀ ਦੇਖਦੇ ਹਾਂ 30 ਸੈਕਿੰਡ ਦੇ ਵਿੱਚ ਕੀ ਕਹਿਣਾ ਚਾਹੁੰਦੇ। ਵੈਲਕਮ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਚਾਵਲਾ ਸਾਹਿਬ। ਸਤਿ ਸ੍ਰੀ ਅਕਾਲ ਪੱਟੀ ਸਾਹਿਬ। ਸਤਿ ਸ਼੍ਰੀ ਅਕਾਲ। ਪੱਟੀ ਸਾਹਿਬ, ਜਿਹੜਾ ਤੁਸੀਂ ਕਹਿੰਦੇ ਹੋ ਸ਼ਹੀਦ ਲਾਲਣ ਵਾਸਤੇ ਸੁਪਰੀਮ ਹਾਈ ਕੋਰਟ ਚ ਰਿਟ ਕੀਤੀ ਹੈ, ਮੇਰਾ ਖਿਆਲ ਰਿਟ ਹੀ ਗਲਤ ਹੈ, ਕਿਉਂਕਿ ਨੇਸ਼ਨ ਨੇ ਕਰਨਾ ਹੁੰਦਾ ਸ਼ਹੀਦ ਦਾ। ਕੋਰਟ ਦਾ ਦੇ ਕੋਈ ਮਾਮਲਾ ਨਹੀਂ ਗਾ। ਜੇ ਕੋਈ ਦੇਸ਼, ਆਪਣਾ ਜਿਹੜਾ ਦੇਸ਼ ਹੈ, ਪ੍ਰੈਜ਼ੈਂਟ ਗੌਰਮੈਂਟ ਜਾਂ ਉਦੋਂ ਦੀ ਗੌਰਮੈਂਟ ਜਾਂ ਉਦੋਂ ਜਿਹੜੀ ਪਾਰਟੀ ਲੀਡ ਕਰਦੀ ਸੀ, ਉਹਨਾਂ ਨੂੰ ਪਤਾ ਸ਼ਹੀਦ ਕਿਹੜੇ ਨੇ। ਸੋ ਕੋਰਟ ਦਾ ਤੇ ਦਖਲ ਕੋਈ ਨਹੀਂ। ਮੇਰਾ ਖਿਆਲ ਉਹਨਾਂ ਨੇ ਰੱਦ ਕਰਦੀ ਨਾ ਕੀਤੀ, ਜੇ ਉਹਨਾਂ ਨੇ ਨਹੀਂ ਕੀਤਾ ਉਹ ਸੋਚਦੇ ਹੋਣਗੇ ਵੀ ਇਹ ਜਿਹੜਾ ਸਾਡਾ ਕੰਮ ਨਹੀਂ ਗਾ, ਇਹ ਦੇਸ਼ ਦਾ ਕੰਮ। ਇਹਦੇ ਬਾਰੇ ਮਿਹਰਬਾਨੀ ਜੀ, ਥੈਂਕ ਯੂ। ਅਸੀਂ ਇਹੀ ਗੱਲ ਕੀਤੀ ਹੈ ਜੀ, ਅਸੀਂ ਇਹੀ ਗੱਲ ਕੀਤੀ ਹੈ। ਤੇ ਉੱਥੇ ਪਟੀਸ਼ਨ ਪਾਉਣ ਦਾ ਕੋਈ ਮਤਲਬ ਨਹੀਂ ਬਣਦਾ। ਜੇ ਲੈ ਕੇ ਗਏ ਤੇ ਰਿਕਾਰਡ ਪੂਰਾ ਲੈ ਕੇ ਜਾਓਗੇ, ਨੇਸ਼ਨ ਨੇ ਉਹਨੂੰ ਦੇਣਾ, ਉਹਦਾ ਇਹ ਰੈਂਕ ਜਿਹੜਾ ਉਹਨੂੰ, ਇਹ ਮਾਨਸਵਾਨ ਚਾਹੀਦਾ ਨੇਸ਼ਨ ਨੇ। ਬਿਲਕੁਲ ਠੀਕ ਹੈ, ਤੁਸੀਂ ਇਹੀ ਗੱਲ ਪਹਿਲਾਂ ਕੀਤੀ ਹੈ ਕਿ ਨੇਸ਼ਨ ਦੇਵੇ, ਕਿਉਂ ਨਹੀਂ ਦਿੰਦੀ? ਜਿਹੜੇ ਉਹਨੇ ਫਰਲੇ ਇੱਕ ਥਾਂ ਨੂੰ ਛੱਡ ਕੇ ਭਗਤ ਸਿੰਘ ਬੜੇ ਨੇ, ਉਹ ਕਿਉਂ ਨਹੀਂ ਆਵਾਜ਼ ਬੁਲੰਦ ਕਰਦੇ? ਲੇਕਿਨ ਉਹਨਾਂ ਕੋਲ ਤੇ ਉਹਨਾਂ ਦੇ ਪਰਿਵਾਰਾਂ ਨੂੰ ਮਿਲਦਾ ਸਮਾਂ ਨਹੀਂ ਹੈਗਾ। ਪਰਿਵਾਰਾਂ ਜਿਹੜੇ ਸੀ ਉਹਨਾਂ ਦੇ ਬੂਹੇ ਅੱਗੇ ਖਲੋ ਕੇ ਉਡੀਕ ਕੇ 2 ਘੰਟੇ ਮੁੜ ਕੇ ਕਹਿੰਦੇ ਨਹੀਂ ਨੂੰ ਕੋਈ ਸਮਾਂ ਨਹੀਂ ਹੈਗਾ, ਉਹ ਨਹੀਂ ਮਿਲ ਸਕਦਾ। ਜੇ ਅਗਲੇ ਦਿਨ ਖਬਰਾਂ ਛਪੀਆਂ, ਤੁਸੀਂ ਆਪ ਬਣਾਉਂਦੇ ਉਹਨਾਂ ਨੂੰ ਕਿ ਫਲਾਣੇ ਦਿਨ ਆ ਜਾਓ ਜੀ, ਮੇਰੇ ਕੋਲ ਤੁਹਾਡੇ ਵਾਸਤੇ ਟਾਈਮ ਕੱਢਿਆ ਹੋਊਗਾ। ਜੀ 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 ਜੀ, ਚਲੋ ਤੁਸੀਂ ਮਾਮੂ ਜੀ ਨੂੰ ਯਾਦ ਕੀਤਾ। ਮਾਮੂ ਜੀ ਜਿੱਦਣ ਅਗਲੇ ਦਿਨ ਰਾਤ ਸੁੱਤੇ ਨਹੀਂ ਹੋਣਗੇ, ਅਰਲੀ ਮਾਰਨਿੰਗ 9 ਵਜੇ 8 ਵਜਣ ਤੋਂ ਪਹਿਲਾਂ ਹੀ ਸਾਡੇ 9:30 ਵਜੇ ਪਹੁੰਚ ਗਏ ਸੀ ਸਟੂਡੀਓ ਦੇ ਵਿੱਚ ਮੂੰਹ ਮਿੱਠਾ ਕਰਾਉਣ ਵਾਸਤੇ। ਮੈਂ ਉਧਰ ਵੀ ਗੱਲ ਕਹੀ ਸੀ, ਹੁਣ ਤਾਂ ਰੈਕਡ ਸਾਡੇ ਕੋਲ ਸਾਂਭ ਕੇ ਰੱਖਿਆ ਹੋਇਆ ਵੀ ਮਾਮੂ ਜੀ ਮੂੰਹ ਮਿੱਠਾ ਤੇ ਕਰ ਲੈਂਦੇ ਆ, ਤੁਸੀਂ ਸਾਡੇ ਦੋਸਤ ਹੋ, ਤੁਹਾਡੀ ਪਾਰਟੀ ਜਿੱਤੀ ਹੈ, ਪਹਿਲੀ ਪਾਰਟੀ ਦਾ ਕੋਈ ਨੁਮਾਇੰਦਾ ਸਾਡੇ ਲਈ ਲੱਡੂ ਲੈ ਕੇ ਆਇਆ 25 ਸਾਲਾਂ ਦੇ ਵਿੱਚ, ਕਿਉਂਕਿ ਅਸੀਂ ਕਿਸੇ ਦਾ ਪੱਖ ਕਦੀ ਪੂਰਿਆ ਨਹੀਂ, ਚੰਗੇ ਨੂੰ ਚੰਗਾ, ਮਾੜੇ ਨੂੰ ਮਾੜਾ ਕਿਹਾ, ਸਿਸਟਮ ਨੂੰ ਚਲਾਉਣ ਵਾਸਤੇ। ਬਾਕੀ ਸਾਰੇ ਚੰਗੇ ਨੇ। ਪਰ ਉਦਣ ਵੀ ਕਿਹਾ ਸੀ ਵੀ ਜੇ ਪਾਰਟੀ ਚੰਗਾ ਕਰੂਗੀ ਚੰਗਾ ਕਵਾਂਗੇ, ਤੇ ਜੇ ਇਹਦੇ ਵਿੱਚ ਕੋਈ ਇਹੋ ਜਿਹੀ ਗੱਲਬਾਤ ਹੋਈ ਤੇ ਅਸੀਂ ਖਬਰ ਠੋਕ ਕੇ ਲਾਉਣੀ ਆ।
ਤੁਸੀਂ ਲੱਡੂ ਲੈ ਕੇ ਆਏ ਹੋ ਜੀ ਸਦਕੇ, ਤੁਸੀਂ ਮਾਮੂ ਜੀ ਨੂੰ ਯਾਦ ਕੀਤਾ, ਹੁਣ ਉਹ ਕਰਦੇ ਨੇ ਕਾਲ ਜਾਂ ਨਹੀਂ ਕਰਦੇ ਉਹਨਾਂ ਦੀ, ਜਾਂ ਉਹਨਾਂ ਦੇ ਕਿਸੇ ਨੂੰ ਉਹਨਾਂ ਨੂੰ ਕਹਿ ਦਿੱਤਾ ਹੋਊਗਾ ਵੀ ਉੱਥੇ ਜਾਣ ਦਾ ਕੋਈ ਫਾਇਦਾ ਕੋਈ ਨਹੀਂ, ਵੀ ਤੁਹਾਨੂੰ ਤਾਂ ਸਿੱਧੇ ਸਵਾਲ ਹੁੰਦੇ ਨੇ, ਉਹ ਉਹਨਾਂ ਦੀ ਮਰਜ਼ੀ। ਪਰ ਸਾਡੇ ਦਿਲ ਦੇ 'ਚ ਉਹਨਾਂ ਪ੍ਰਤੀ ਹਮੇਸ਼ਾ ਹੀ ਸਤਿਕਾਰ ਰਿਹਾ ਅਤੇ ਰਹੇਗਾ। ਬਾਕੀ ਉਹ ਇੱਥੇ ਕਿਸੇ ਅਹੁਦੇ 'ਤੇ ਨੇ ਜਾਂ ਨਹੀਂ ਅਹੁਦੇ 'ਤੇ, ਜਾਂ ਹੁਣ ਫਿਰ ਅਹੁਦੇ ਵੰਡੇ ਗਏ ਨੇ, ਲੀਡਰ ਇੱਥੇ ਆਏ ਨੇ, ਉਹ ਵੱਖਰੀ ਗੱਲ ਹੈ। ਪਤਾ ਲੱਗਾ ਹੈ ਕਿ ਪੰਜਾਬ ਵਿੱਚ 70,000 ਅਯੋਗ ਲਾਭ ਪਾਤਰੀ ਦੀ ਪੈਨਸ਼ਨ ਬਣੀ ਅਧਿਕਾਰੀਆਂ ਲਈ ਟੈਨਸ਼ਨ। ਕੀ ਕਹਿਣਾ ਚਾਹੋਗੇ? ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਪੈਨਸ਼ਨ ਲੱਗੀਆਂ ਕਿ ਜਿਹੜੀਆਂ ਵਿਚਾਰੀਆਂ 20 ਸਾਲ ਦੀਆਂ ਕੁੜੀਆਂ ਜੇ ਕੁਆਰੀਆਂ ਸੀ ਉਹਨਾਂ ਨੂੰ ਜਿਹੜੀ ਅਸੀਂ ਬਜ਼ੁਰਗ ਦੀ ਬੁਢਾਪਾ ਪੈਨਸ਼ਨ ਦਿੱਤੀ, ਵਿਧਵਾਵਾਂ ਪੈਨਸ਼ਨ ਦਿੱਤੀ ਗਈ। ਬੜੇ ਕੁਛ ਕਪਲੀ ਹੋਏ, ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਟਾਈਮ ਤੇ ਜਾਂਚ ਹੋਈ ਸੀ, ਪੈਨਸ਼ਨਾਂ ਬੰਦ ਕਰ ਦਿੱਤੀਆਂ। ਇਹਨੂੰ ਅੱਗੇ ਨਾ ਬੰਦ ਕਰਨ ਦੀ ਗੱਲ ਕੋਈ ਨਹੀਂ ਹੈਗੀ ਨਾ। ਜਿਨ੍ਹਾਂ ਨੇ ਪੈਨਸ਼ਨਾਂ ਗਲਤ ਹੋਈਆਂ ਉਹਨਾਂ ਤੋਂ ਵਸੂਲੀ ਕੀਤੀ ਜਾਏ। 162.35 ਕਰੋੜ ਰੁਪਇਆ ਇਹਨਾਂ ਨੇ ਕਿਹਾ ਜੀ ਵਸੂਲਣਾ ਅਸੀਂ ਇਹਨਾਂ ਲੋਕਾਂ ਕੋਲੋਂ, ਤੇ ਜਦੋਂ ਜਾ ਕੇ ਸਰਵੇ ਕੀਤਾ ਪਤਾ ਕੀਤਾ ਕਿ 70,135 ਲੋਕ ਨੇ ਜਿਹੜੇ ਅਜੋ ਕਰ ਦਿੱਤੇ ਗਏ। ਹਾਲੀ 8,099 ਲੋਕ ਮਰ ਚੁੱਕੇ ਨੇ। ਜੇ ਉਹ ਨਾ ਮਰਦੇ ਤੇ ਉਹਨਾਂ ਕੋਲ ਵੱਖਰੇ ਜਿਹੜੇ ਸੀ ਇਹਨਾਂ ਨੇ ਜਿਹੜੀ ਸੀ ਬਿਲਕੁਲ ਬਕਾਇਦਾ ਤੌਰ ਤੇ 12 ਲੱਖ ਰੁਪਏ ਰਿਕਵਰੀ ਕਰਨੀ ਸੀ। ਹੁਣ ਰਿਕਵਰੀ ਕਰਨ ਦਾ ਟਾਈਮ ਦੇ ਦਿੱਤਾ ਵੀ ਤੁਸੀਂ 31 ਅਗਸਤ ਤੱਕ ਜਿਹੜੀ ਰਿਕਵਰੀ ਕਰਕੇ ਦੱਸਣਾ ਵਾ ਵੀ ਕਿੰਨੀ ਰਿਕਵਰੀ ਕੀਤੀ ਹੈ। 162.35 ਕਰੋੜ ਦੇ ਵਿੱਚੋਂ ਸਿਰਫ ਹੁਣ ਤੱਕ 95 ਲੱਖ ਰਿਕਵਰੀ ਹੋਈ, ਸਿਰਫ 95। 1% ਵੀ ਨਹੀਂ ਬਣਦੀ, 1% ਬਣੀ। ਅਫਸਰ ਕਰਕੇ ਰਾਜੀ ਨਹੀਂ ਹੈਗੇ, ਕਿਹਦੇ ਗੱਲ ਜਾ ਕੇ ਰਾਜੀ ਹੋਣਾ ਸੀ? ਨਹੀਂ ਕਿਸੇ ਕੋਲ ਪੈਸੇ ਗਏ, ਵਰਤ ਲਏ, ਕਹਿੰਦੇ ਖਰਚ ਲਏ, ਕੀ ਕਰ ਲਈਏ? ਪਹਿਲੀਆਂ ਸਰਕਾਰਾਂ ਪੈਸੇ ਵਾਪਸ ਨਹੀਂ ਦਿੰਦੀਆਂ, ਉਹ ਕਹਿੰਦੀ ਗਾਹ ਬੰਦੇ ਪੈਨਸ਼ਨ ਕਰਦੀ ਹੋਈ ਸੀ, ਲੇਕਿਨ ਇਹ ਭਗਵੰਤ ਮਾਨ ਸਰਕਾਰ ਦੀ ਨਹੀਂ ਪੈਸੇ ਵਾਪਸ ਨਹੀਂ ਜਿੱਦਾਂ ਮਰਜ਼ੀ ਆਪਣੇ। ਅੱਛਾ, ਜਿਹੜੀ ਗਲਤ ਪੈਸੇ ਲਏ ਉਹ ਪੈਸੇ ਵਾਪਸ ਲੈਣੇ ਆਪਾਂ। ਚਲੋ ਚੰਗੀ ਗੱਲ ਹੈ ਜੇ ਗਲਤ ਲੈ ਦੇਣੇ ਵੀ ਚਾਹੀਦੇ ਆ, ਕਿਉਂਕਿ ਇੱਥੋਂ ਦੀਆਂ ਵੀ ਸਰਕਾਰਾਂ ਨੇ ਵੇਖੋ ਨਾ, ਜਦੋਂ ਸਾਡੇ COVID-19 ਦੇ ਵਿੱਚ ਪੈਸੇ ਦਿੱਤੇ ਨੇ ਤੇ ਉਹਨਾਂ ਕਿਹਾ ਵੀ ਲੈ ਲਓ, ਟਾਈਮ ਕੱਢ ਲਓ, ਭਰ ਲਿਓ। ਉਹ ਜੋ ਕੁਆਲੀਫਾਈ ਕਰਦੇ ਨੇ ਆਪਣੇ ਕਾਊਂਟਰ ਨਾਲ ਗੱਲ ਕਰ ਲਓ, ਤੁਹਾਡੇ ਘਰੇ ਚੈੱਕ ਉਹਨਾਂ ਨੇ ਵੀ ਧੜਾ ਧੜ ਭੇਜ ਦਿੱਤੇ। ਪਰ ਜਿੱਦਣ ਖਬਰ ਆਈ ਵੀ ਜੇ ਗਲਤ ਲੈ ਤੇ ਵਾਪਸ ਦੇਣੇ ਪੈਣੇ, ਕਈਆਂ ਨੇ ਵਾਪਸ ਆਪਣੇ ਆਪ ਭੇਜਤੇ। ਪਹਿਲੀਆਂ ਸਰਕਾਰਾਂ ਨੇ ਨਹੀਂ ਲਏ। ਮੇਰੇ ਖਿਆਲ 'ਚ ਐਸਾ ਚੰਗੀ ਗੱਲ ਆ ਪੱਟੀ ਸਾਹਿਬ, ਮੇਰੇ ਨੇੜੇ ਜਦੋਂ ਚੰਗੀ ਗੱਲ ਵੀ ਤੁਸੀਂ ਜੇ ਇੱਥੇ ਅੱਜ ਖਬਰ ਆਈ ਹੈ ਕਿ ਜਿਹੜੇ ਸਾਡੇ ਬਰੈਂਪਟਨ ਦੇ ਵਿੱਚ ਯੋਧਿਆਂ ਨੇ ਲੜਾਈ ਕੀਤੀ ਹੈ ਨਾ, ਇੱਕ ਵਾਰੀ ਫਿਰ ਤੋਂ ਕਿਰਪਾਨਾਂ ਚੱਲੀਆਂ ਨੇ, ਜਿੱਥੇ ਪਹਿਲੀ ਵਾਰੀ ਆ ਕੇ ਬੀ ਟਾਉਣ ਦੀ ਗੱਲ ਕੀਤੀ ਨਵਜੋਤ ਆਪਣਾ ਜਿਹੜਾ ਮੁੰਡਾ ਸਿੱਧੂ ਮੂਸੇਵਾਲ। ਵੇਖੋ ਗੱਲ ਇਹ ਹੈ, ਕਲਾਕਾਰਾਂ ਨੂੰ ਜਦੋਂ ਮਾਂ ਦਾ ਪੁੱਤ ਗਿਆ ਸੀ ਅਫਸੋਸ ਕੀਤਾ, ਪਰ ਬੀ ਟਾਉਣ ਨੂੰ ਉਹਨੇ ਮਸ਼ਹੂਰ ਕੀਤਾ। ਬੀ ਟਾਉਣ ਕੀ ਸੀਗਾ? ਬਰੈਂਪਟਨ, ਜਿੱਥੇ ਪਹਿਲੀ ਲੜਾਈ ਹੋਈ ਸੀ, ਉਸੇ ਹਲਕੇ ਦੇ ਵਿੱਚ ਫਿਰ ਲੜਾਈ ਹੋਈ, ਕਿਰਪਾਨਾਂ ਚੱਲੀਆਂ ਨੇ। ਹੁਣ ਉਦੋਂ ਵੀ ਡਿਪੋਰਟ ਕੀਤੇ ਗਏ ਸੀ, ਹੁਣ ਵੀ ਡਿਪੋਰਟ ਕੀਤੇ ਗਏ ਆ, ਹੁਣ ਫਿਰ ਡਿਪੋਰਟ ਕੀਤੇ ਜਾਣੇ ਨੇ ਬੰਦੇ। ਜੀ ਹੁਣ ਫਿਰ ਮੈਂ ਥੋੜੀ ਜਿਹੀ ਗੱਲ ਲੰਬੀ ਹੋਈ, ਡਿਪੋਰਟ ਕੀਤੇ ਜਾਣੇ ਨੇ, ਫੜੇ ਗਏ ਨੇ, ਫੜ ਲੈਣੇ ਆ, ਸਭ ਕੁਝ ਹੈਗਾ। ਚੰਗੀ ਗੱਲ, ਮੈਂ ਤਾਂ ਕਹਿੰਦਾ ਵੀ ਇਹਨਾਂ ਦੀ ਖਬਰਾਂ ਲੱਗਣੀ ਚਾਹੀਦੀਆਂ ਨੇ, ਤਾਂ ਕਿ ਆਉਣ ਵਾਲੀ ਜਿਹੜੀ ਜਨਰੇਸ਼ਨ ਉੱਥੋਂ ਵਾਲੀ ਜਿਹੜੀ ਮੋਢਿਆਂ ਸਾਡੀ ਥੁੱਕਦੀ ਆ, ਪੁਲਿਸ ਨੂੰ ਪੈਸੇ ਦੇ ਕੇ ਕਲੀਅਰੈਂਸ ਲੈ ਲੈਂਦੀ ਆ, ਕਈਆਂ ਦੇ ਕੇਸ ਵੀ ਚੱਲਦੇ ਫਿਰ ਵੀ ਕਲੀਅਰੈਂਸ ਲੈ ਲੈਂਦੀ ਆ, ਉਹਦੀ ਵੀ ਖੋਜਬੀਨ ਹੋਣੀ ਚਾਹੀਦੀ ਆ। ਔਰ ਇਹ ਵੀ ਪਤਾ ਲੱਗਾ ਕਿ ਜਿਨ੍ਹਾਂ ਨੇ ਨਜਾਇਜ਼ PR ਲਈ ਇੱਥੇ, ਉੱਥੇ ਵੀ ਕੰਮ ਕਰਦੇ ਪਏ ਨੇ ਸਰਕਾਰੀ ਜੋਬਾਂ ਤੇ, ਇੱਥੇ ਵੀ PR ਲੈ ਲਈ, ਇੱਥੇ ਵੀ ਉਹਨਾਂ ਨੇ ਹੋਰ 5-10 ਸਾਲਾਂ ਬਾਅਦ ਉੱਧਰੋਂ ਰਿਟਾਇਰ ਹੋ ਕੇ 5-10 ਸਾਲਾਂ ਬਾਅਦ ਪੈਨਸ਼ਨ ਦੇ ਹੱਕਦਾਰ ਬਣ ਜਾਣਾ। ਡਬਲ ਕੰਮ ਕਰ ਰਹੇ ਨੇ। ਸਰਕਾਰ ਨੂੰ ਉੱਥੇ ਵੀ ਧੋਖੇ ਦੇ ਵਿੱਚ, ਇੱਥੇ ਵੀ ਧੋਖੇ ਦੇ ਵਿੱਚ। ਉਹਨਾਂ ਨੂੰ ਰਲ ਕੇ ਇੱਥੋਂ ਦੀ ਗੌਰਮੈਂਟ ਨਾਲ ਕੰਮ ਕਰਕੇ ਜੋ ਕੁਝ ਵੀ ਹੁੰਦਾ ਉਹ ਕਰਨਾ ਚਾਹੀਦਾ। ਹੁੰਦਾ ਕੀ ਸੀ ਪੱਟੀ ਸਾਹਿਬ, ਬੜੀਆਂ ਚੋਰ ਮੋਰੀਆਂ ਨੇ। ਪਹਿਲਾਂ 9/11 ਤੋਂ ਪਹਿਲਾਂ ਸਿਰਫ ਡਰਾਈਵਿੰਗ ਲਾਇਸੈਂਸ ਵੇਖ ਕੇ ਸੀ ਬਾਰਡਰ ਕ੍ਰਾਸ ਕਰ ਸਕਦੇ ਸੀ। ਅਮਰੀਕਾ ਦੇ ਵਿੱਚ ਡਰਾਈਵਿੰਗ ਲਾਇਸੈਂਸ ਦਿਖਾਇਆ, ਚੱਲ ਗਿਆ, ਕੋਈ ਰੈਕਡ ਨਹੀਂ। ਕਿਤੇ ਚੱਲੇ ਜੀ ਘੁੰਮਣ ਚੱਲੇ ਬਫਲੋ, ਨਾਇਗਰਾ ਫਾਲ, ਕੋਈ ਰੈਕਡ ਨਹੀਂ। ਉੱਥੋਂ ਚੱਕਿਆ, ਚੱਲ ਗਏ ਦੁਬਈ, ਚਲ ਗਏ ਸਿੰਗਾਪੁਰ, ਚਲ ਗਏ ਮਸਕਟ, ਚਲ ਗਏ ਇੰਡੀਆ, ਕੋਈ ਰੈਕਡ ਨਹੀਂ ਹੈਗਾ। ਇੱਥੇ ਆਪਣੇ ਘਰਦਿਆਂ ਨੂੰ ਵੀਜ਼ਾ ਕਾਰਡ, ਮਾਸਟਰ ਕਾਰਡ ਦਿੱਤਾ, ਉਹ ਘੁਮਾਈ ਜਾਂਦੇ ਨੇ। ਤੁਹਾਡੀਆਂ ਹਾਜ਼ਰੀਆਂ ਇੱਥੇ ਪੈ ਰਹੀਆਂ ਨੇ, ਤੁਹਾਨੂੰ ਸਿਟੀਜ਼ਨ ਇੱਥੋਂ ਦੀ ਮਿਲ ਗਈ। ਇਹ ਫੜੀਆਂ ਗਈਆਂ ਸੀ, ਅਗਲੇ ਨੇ ਕੈਂਸਲ ਕੀਤੀਆਂ।
ਬੈਕਗਰਾਉਂਡ ਜਾ ਕੇ ਬੰਦੇ ਵੀ ਵਾਪਸ ਭੇਜੇ। ਇਸੇ ਤਰ੍ਹਾਂ ਜੇ ਭਗਵੰਤ ਮਾਨ ਸਰਕਾਰ ਚੰਗਾ ਕਰ ਰਹੀ ਹੈ ਕਿ ਜੇ ਇਹਨਾਂ ਨੇ ਗਲਤ ਕੰਮਾਂ ਦੇ ਨਾਲ ਪੈਨਸ਼ਨਾਂ ਲਈਆਂ ਨੇ, ਗਲਤ ਪੇਪਰ ਬਣਾ ਕੇ ਪੈਨਸ਼ਨਾਂ ਲਈਆਂ ਨੇ, ਤੇ ਪੈਸੇ ਵਾਪਸ ਆਉਣੇ ਚਾਹੀਦੇ ਖਜ਼ਾਨੇ 'ਚ, ਤਾਂ ਹੀ ਸਬਕ ਸਿੱਖਿਆ ਜਾਊਗਾ। ਇਸੇ ਤਰ੍ਹਾਂ ਹੀ ਆ ਜਿਹੜੇ ਵਾਪਸ ਭੇਜੇ ਜਾ ਰਹੇ ਨੇ ਤੇ ਚਿਹਰੇ ਮੋਹਰੇ ਵੀ ਸਾਹਮਣੇ ਆਉਣੇ ਚਾਹੀਦੇ ਆ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਇੱਥੇ ਗਲਤ ਕਾਰਵਾਈਆਂ ਨਾ ਹੋਣ, ਅਕਲ ਦਰਬਾਰਾਂ ਨਾ ਚੱਲਣ, ਕੈਨੇਡਾ ਨੂੰ ਕੈਨੇਡਾ ਦਿੱਤਾ ਜਾਵੇ। ਕੀ ਕਹਿਣਾ ਚਾਹੋਗੇ? ਭਗਵੰਤ ਮਾਨ ਇੱਕ ਕੰਮ ਹੋਰ ਕਰ ਰਹੀ ਹੈ। ਕਾਲ ਲੈ ਲਈ ਪਹਿਲਾਂ। ਮਾਨ ਸਰਕਾਰ ਇਹ ਕਰ ਰਹੀ ਹੈ ਲਗਾਤਾਰ ਜੀ। ਹੈਲੋ ਭਾਈ, ਸਤਿ ਸ੍ਰੀ ਅਕਾਲ। ਆਓ ਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਸੁਣ ਰਹੀ ਸੀ, ਮੈਂ ਜਿੱਦਾਂ ਭਗਤ ਸ਼ਹੀਦ ਭਗਤ ਆਪਣਾ ਜਿਹੜੇ ਸ਼ਹੀਦ ਭਗਤ, ਇਹਨਾਂ ਬਾਰੇ ਕਿੱਦਾਂ ਸਵਾਲ ਉੱਠ ਰਿਹਾ, ਕੀ ਹੋ ਰਿਹਾ, ਉਹ ਮੈਨੂੰ ਜਦੋਂ ਹੋਰ ਤਰ੍ਹਾਂ ਫੀਲ ਹੋਇਆ। ਮੈਂ ਕਿਹਾ ਚੱਲ ਅੱਜ ਕਾਲ ਕਰਦੇ ਆ ਵੀ ਜਿਹੜੇ ਮਾਨ ਸਾਹਿਬ ਆ ਉਹਨਾਂ ਨੂੰ ਇਸੇ ਕਰਕੇ ਚੁਣਿਆ ਸੀਗਾ ਵੀ ਚਲੋ ਕਿਸੇ ਉਧਰੋਂ ਉਹਨਾਂ ਸੰਗਰੂਰ ਵੱਲੋਂ ਉਹਨਾਂ ਦੇਖਿਆ ਇੱਧਰ ਕੁਝ ਨਹੀਂ ਹੋ ਰਿਹਾ, ਕੀ ਹੋ ਰਿਹਾ, ਆਮ ਆਦਮੀ ਪਾਰਟੀ ਹੋ ਰਹੀ, ਉਹਨਾਂ ਨੂੰ ਜਿਤਾਇਆ ਸੀ। ਉਧਰੋਂ ਨਾ ਉਹਨਾਂ ਨੂੰ ਉਹਨੇ ਆਹ ਪੰਗੇ ਜੇ ਖੜੇ ਕਰਨਾ ਮਾਨ ਸਾਹਿਬ ਨੇ ਵੀ ਹੁਣ ਜਾਵੇ ਤਾਂ ਜਾਵੇ, ਜਨਤਾ ਕਿੱਧਰ ਨੂੰ ਜਾਵੇ, ਤਾਂ ਉਹਨੇ ਉੱਠਦਿਆਂ ਨਹੀਂ ਉਹਨਾਂ ਨੇ ਆਹ ਕਹਿਤਾ ਵੀ ਉਹ ਸ਼ਹੀਦ ਨਹੀਂ ਕਿ ਭਗਤ। ਮੈਂ ਇਹ ਪੁੱਛਣਾ ਚਾਹੁੰਦੀ ਕਿ ਉਹ ਅੱਜ ਕੱਲ ਕਦੇ ਦੇਖੇ ਨਹੀਂ ਉਹ ਕਿਤੇ ਉਹ ਪਾਰਲੀਮੈਂਟ ਵਿੱਚ ਬੋਲਦੇ ਜਾਂ ਕੀ ਬੋਲਦੇ ਆ, ਉਹਨਾਂ ਬਾਰੇ ਦੱਸਿਓ। ਸਰਦਾਰ ਸਿਮਰਜੀਤ ਸਿੰਘ ਮਾਨ ਦੀ ਤੁਸੀਂ ਗੱਲ ਕਰ ਰਹੇ ਹੋ ਜਾਂ ਭਗਵੰਤ ਮਾਨ ਦੀ ਗੱਲ ਕਰ ਰਹੇ ਹੋ? ਨਹੀਂ, ਭਗਵੰਤ ਮਾਨ ਦੀ ਨਹੀਂ, ਮੈਂ ਮਾਨ ਸਾਹਿਬ ਦੀ ਕਰਦੀ ਵੀ ਸ਼ਹੀਦੇ ਆਜਮ ਜਿੱਦਾਂ ਉਹਨੂੰ ਕਹਿ ਰਹੇ ਨੇ ਵੀ ਅੱਜ ਕੱਲ ਆ ਤੁਸੀਂ ਗੱਲ ਕਰ ਰਹੇ ਆ ਵੀ ਉਹਨੂੰ ਦੇ ਨਹੀਂ ਰਹੇ ਸ਼ਹੀਦੇ ਆਜਮ ਦਾ ਖਿਤਾਬ। ਇਹ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਗੱਲ ਕਰ ਰਹੇ ਹੋ ਤੁਸੀਂ ਜਾਂ ਭਗਵੰਤ ਮਾਨ ਦੀ ਗੱਲ ਕਰ ਰਹੇ ਹੋ? ਮੈਂ ਮਾਨ ਸਾਹਿਬ ਦੀ ਵੀ। ਕਿਹੜਾ ਮਾਨ ਸਾਹਿਬ? ਦੋ ਮਾਨ ਆ ਗਏ ਨੇ ਭਾਜੀ, ਉਹਨਾਂ ਤੋਂ ਮੱਦਾ ਉੱਠਿਆ, ਮੈਂ ਤਾਂ ਪੁੱਛ ਰਹੀ ਹਾਂ। ਹਾਂਜੀ ਹਾਂਜੀ, ਕਿਹਨਾਂ ਤੋਂ? ਮਾਨ ਸਾਹਿਬ ਨੇ ਪਹਿਲਾਂ ਇਹ ਜਿੱਤ ਕੇ ਕਿਹਾ ਨਾ ਵੀ ਉਹ ਇਹ ਪੰਗਾ। ਨਹੀਂ ਭੈਣ ਜੀ, ਵਿੱਚ ਮੈਂ ਤੁਹਾਨੂੰ ਹੋਰ ਦੱਸਾਂ, ਸਰਦਾਰ ਸਿਮਰਜੀਤ ਸਿੰਘ ਮਾਨ ਨੇ ਅੱਜ ਤੋਂ 10 ਸਾਲ ਪਹਿਲਾਂ ਵੀ ਇਹ ਗੱਲ ਕਹੀ ਸੀ। ਜਿਹੜੀ ਗੱਲ ਹੁਣ ਵਾਦ-ਵਿਵਾਦ ਬਣੀ ਆ ਨਾ, ਪੱਤਰਕਾਰ ਨੇ ਬਣਾਈ ਆ ਜਾਂ ਬਣਾ ਦਿੱਤੀ ਗਈ ਹੈ ਜਾਂ ਕਿਸੇ ਮਸਲਾ ਨੂੰ ਟਵਿਸਟ ਕਰਨ ਵਾਸਤੇ, ਉਦੋਂ ਰੰਗਲਾ ਪੰਜਾਬ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਔਨ 에ਅਰ ਲਿਆ ਕੇ ਸਵਾਲ ਪੁੱਛਿਆ ਸੀ, ਕਿਸ ਸੰਦਰਭ 'ਚ ਕਹਿ ਰਹੇ ਹੋ? ਹਾਂਜੀ, ਸ਼ਾਇਦ ਤੁਸੀਂ ਲਿਸਨਰ ਹੋਵੋਗੇ। ਅੱਜ ਤੋਂ 10 ਸਾਲ ਪਹਿਲਾਂ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਗੱਲ ਕਹੀ, ਪਹਿਲੀ ਵਾਰੀ ਨਹੀਂ ਗੱਲ ਕਹੀ ਉਹਨਾਂ ਨੇ। ਹਾਂਜੀ, ਮੈਂ ਉਹੀ ਕਹਿੰਦੀ ਤੇ ਉਹਨੂੰ ਕੰਮ ਤਾਂ ਕੋਈ ਚੰਗੇ ਕਰਨ ਲਈ ਜਨਤਾ ਨੇ ਉਹਨੂੰ ਬਣਾਇਆ ਸੀ। ਪਰ ਭਗਤ ਸਿੰਘ ਨਹੀਂ, ਪਰ ਸ਼ਹੀਦ ਭਗਤ ਸਿੰਘ ਦੀ ਦਸਤਾਰ ਸਜਾਉਣ ਵਾਲਾ ਮੁੱਖ ਮੰਤਰੀ ਪੰਜਾਬ ਦਾ ਇਸ ਵਕਤ ਜਿਹੜੀ ਪਟੀਸ਼ਨ ਹੈ ਪੰਜਾਬ ਐਂਡ ਹਰਿਆਣਾ ਕੋਈ ਨੇ ਰੱਦ ਕੀਤੀ ਹੈ, ਕਿ ਇਹਨਾਂ ਦੇ ਬੰਦਿਆਂ ਨੂੰ ਪ੍ਰੋਪਰ ਕਾਰਵਾਈ ਕਰਕੇ ਨਹੀਂ ਸੀ ਜਾਣਾ ਚਾਹੀਦਾ, ਪੇਪਰ ਵਰਕ ਤਿਆਰ ਕਰਕੇ ਨਹੀਂ ਜਾਣਾ ਚਾਹੀਦਾ ਸੀ? ਇਧਰਲੇ ਪਾਸੇ ਆਈਏ ਹਾਂ ਆਪਾਂ। ਹਾਂਜੀ 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 ਹਾਂਜੀ, ਤੁਹਾਡੇ ਬੱਚੇ ਨੂੰ ਹੋਮਵਰਕ ਦਿੱਤਾ ਹੋਵੇ, ਭੈਣ ਜੀ ਇੱਕ ਮਿੰਟ ਗੱਲ ਸੁਣੋ, ਘਰ ਦੇ ਮੁਖੀ ਤੁਸੀਂ ਹੋ, ਤੁਹਾਡੇ ਬੱਚੇ ਨੂੰ ਦਿੱਤਾ ਹੋਵੇ ਹੋਮਵਰਕ, ਤੇ ਸਾਡਾ ਫਰਜ਼ ਵੀ ਮਾਂ-ਬਾਪ ਦਾ ਹੈਗਾ ਨਾ ਕਿ ਹੋਮਵਰਕ ਪ੍ਰੋਪਰ ਕਰਕੇ ਬੱਚੇ ਦਾ ਕਰਵਾ ਕੇ ਤੇ ਫਿਰ ਸਕੂਲ 'ਚ ਭੇਜੀਏ ਵਾਪਸ, ਹਨਾ? ਹਾਂਜੀ, ਅਜੇ ਇਹ ਤਾਂ ਇੱਕ ਫਾਈਲ ਆ, ਅੱਗੇ ਦੇਖੀਏ ਹੋਤਾ ਕਿਆ। ਥੈਂਕ ਯੂ। ਪਾਟੀ ਸਾਹਿਬ ਕੀ ਕਹਿਣਾ ਚਾਹੋਗੇ ਭੈਣ ਜੀ ਨੇ? ਹੁਣ ਗੱਲ ਟਾਈਮ ਵੀ ਹੋ ਗਿਆ ਆਪਣਾ। ਜਿਹੜੀ ਭੈਣ ਜੀ ਨੇ ਗੱਲ ਕੀਤੀ ਹੈ ਜੀ, ਵੇਖੋ ਮਾਨ ਸਾਹਿਬ ਆਪਣੇ ਉਸ ਟਾਈਮ ਤੇ ਅਜੇ ਵੀ ਕਾਇਮ ਨੇ ਕਿ ਜਿਹੜਾ ਭਗਤ ਸਿੰਘ ਉਹ ਅੱਤਵਾਦੀ ਸੀ, ਵੱਖਵਾਦੀ ਸੀ, ਕਾਤਲ ਸੀਗਾ, ਅਸੀਂ ਉਹਨੂੰ ਸ਼ਹੀਦ ਨਹੀਂ ਮੰਨਦੇ। ਸਰਦਾਰ ਸਿਮਰਜੀਤ ਸਿੰਘ ਮਾਨ ਦੀ ਗੱਲ ਕਰਦੇ ਸੀ, ਉਹ ਪਾਰਲੀਮੈਂਟ ਨੂੰ ਨਾ ਕਹਿ ਦਿੱਤਾ ਵੀ ਅਸੀਂ ਸ਼ਹੀਦ ਨਹੀਂ ਮੰਨਦੇ। ਜੇ ਤੁਸੀਂ ਸ਼ਹੀਦ ਨਹੀਂ ਮੰਨਦੇ ਤੇ ਫਿਰ ਮੰਨੂਗਾ ਕੌਣ? ਬਸ ਉਹ ਤੇ ਪਾਰਲੀਮੈਂਟ ਤੇ ਪਹਿਲਾਂ ਮੰਨਣ ਨੂੰ ਤਿਆਰ ਨਹੀਂ ਕਿ ਵੀ ਸ਼ਹੀਦ ਕਹਿ ਦਈਏ। ਇਹ ਤੇ ਬੇਸਿਕਲੀ ਵੇਖੋ, ਭਗਤ ਸਿੰਘ ਇੱਕ ਸਾਰਿਆਂ ਦਾ ਸਾਂਝਾ ਵਿਅਕਤੀ ਸੀਗਾ, ਸਾਂਝਾ ਇੱਕ ਲੀਡਰ ਸੀਗਾ। ਲੇਕਿਨ ਅੱਜ ਕੱਲ ਬਾਕੀਆਂ ਛੱਡਤਾ, ਉਹਨੂੰ ਸਿੱਖਾਂ ਨੇ ਵੀ ਛੱਡਤਾ। ਨਹੀਂ ਤੇ ਫਿਰ ਪਾਟੀ ਸਾਹਿਬ ਇੱਕ ਪੁਆਇੰਟ ਹੋਰ ਅੱਜ ਉਠਾ ਦਈਏ, ਸ਼ਾਇਦ ਕੋਈ 4 ਬੰਦੇ ਨੂੰ ਗਾਂਹ ਤੋੜ ਦੇਣ ਵੀ ਅਸੀਂ ਕਹਿੰਦੇ ਆ ਕਿ RSS ਵਾਲੇ ਭਗਤ ਸਿੰਘ ਨੂੰ ਸ਼ਹੀਦ ਨਹੀਂ ਮੰਨਦੇ, ਤੇ ਸਰਦਾਰ ਸਿਮਰਜੀਤ ਸਿੰਘ ਮਾਨ ਬਾਰ-ਬਾਰ ਇਹ ਗੱਲ ਰਿਪੀਟ ਕਰਕੇ RSS ਦੀ ਉਸ ਬਿਆਨ ਤੇ ਮੋਹਰ ਲਾ ਰਹੇ, ਪ੍ਰੋਟੈਸਟ ਕਰ ਰਹੇ ਨੇ। ਮਤਲਬ ਇਸ RSS ਦੇ ਬੰਦੇ ਨੇ ਫਿਰ ਸਰਦਾਰ ਸਿਮਰਜੀਤ ਸਿੰਘ ਮਾਨ। ਦੇਖੋ ਮਾਨ ਸਾਹਿਬ ਤੇ ਕਈ ਦੋਸ਼ ਲੱਗਦੇ, ਪਰ ਇਹਨੂੰ ਸਹਿਮਤ ਨਹੀਂ ਵੇਗੇ, ਉਹ ਸਾਡੇ ਕੋਲ ਸਬੂਤ ਕੋਈ ਨਹੀਂ ਹੈਗਾ। ਲੋਕ ਤੇ ਵੀ ਕਹਿੰਦੇ ਕਿ ਜਦੋਂ ਇਹ ਰਿਹਾ ਹੋ ਕੇ ਮਾਫੀ ਮੰਗ ਕੇ ਆਏ ਨੇ ਜੀ ਕਿ ਮੈਂ ਕੁਛ ਨਹੀਂ ਕਰਦਾ, ਮੈਨੂੰ ਰਿਹਾ ਕਰ ਦਿਓ। ਅਸੀਂ ਨਹੀਂ ਗੱਲ ਕਹਿੰਦੇ, ਆਮ ਤੌਰ ਤੇ ਅਖਬਾਰਾਂ ਦੇ ਚਰਚਾ ਦਾ ਵਿਸ਼ਾ ਬਣੀਆਂ ਗੱਲਾਂ ਹੈ, ਲੇਕਿਨ ਅਸੀਂ ਕੋਈ ਗੱਲ ਨਹੀਂ ਕਰਦੇ। ਤੇ ਅਸੀਂ ਕਹਿੰਦੇ ਵੀ ਚਲੋ ਠੀਕ, ਸੁਲਝੇ ਹੋਏ ਬੰਦੇ ਨੇ ਗੱਲ ਬੜੀ ਪਾਇਦਾਰ ਜਾ ਕੇ ਕਰਦੇ, ਤੇ ਇਹੋ ਜਿਹੀ ਗੱਲਾਂ ਨਾ ਕਰ। ਤੇ ਮੈਨੂੰ ਕੱਲ ਫਿਰ ਜਨਰਲ ਸੈਕਟਰੀ ਕਹਿ ਰਿਹਾ ਸੀਗਾ, ਉਹਨਾਂ ਦਾ ਜਨਰਲ ਸੈਕਟਰੀ ਜਸਕਰਨ ਸਿੰਘ ਕਾਨ ਸਿੰਘ ਵਾਲਾ ਕੱਲ ਫਿਰ ਕਹਿਣ ਦਿਆ ਸੀ ਕਿ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਜਿਹੜਾ ਮੋਹਾਲੀ ਵਾਲੇ ਏਅਰਪੋਰਟ ਦਾ ਨਾਂ ਨਾ ਰੱਖਿਆ ਜਾਵੇ, ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਰੱਖਿਆ ਜਾਵੇ।
ਇਸ ਕਰਕੇ ਜੇ ਉਹ ਦੋਵਾਂ ਰਾਜਾਂ ਦੇ ਸਹਿਮਤੀ ਬਣ ਗਈ ਇਸ ਗੱਲ ਚੀਜ਼ ਪਕੜੇ ਤਾਂ ਕਿਸੇ ਨੂੰ ਇਤਰਾਜ਼ ਕੀ ਹੋ ਸਕਦਾ। ਬਿਲਕੁਲ ਬਿਲਕੁਲ। ਲੇਕਿਨ ਉਹਦੀ ਆਪਣੀ ਵਿਚਾਰਧਾਰਾ ਜੀ, ਉਹ ਕਹਿੰਦੇ ਨਹੀਂ ਜੀ ਇਹਨੇ ਬੰਦਾ ਮਾਰਿਆ ਸੀ ਜੀ। ਮੈਂ ਉਹੀ ਗੱਲ ਕਹਿਣਾ ਕਿ ਜਾ ਕੇ ਲਾਹੌਰ ਦੇ ਵਿੱਚ ਸਾਨੂੰ ਉਹ ਐਫਆਈਆਰ ਦੀ ਕਾਪੀ ਕਢਾਉਣੀ ਚਾਹੀਦੀ ਹੈ। ਹੈਗੀ ਹੈ, ਛਪੀ ਸੀ ਪੱਟੀ ਸਾਹਿਬ, ਉਹ ਛਪੀ ਵੀ ਸੀ ਇੱਕ ਦਿਨ ਕਾਫੀ ਚਿਰ ਪਹਿਲਾਂ ਛਪੀ ਵੀ ਸੀ ਕੀ ਜੀ 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 ਪਈ ਹੋਈ ਆ ਉੱਤੇ, ਰੈਕੋਰਡ ਪਿਆ ਹੋਇਆ ਸਾਰਾ। ਇਹ ਰਿਕਾਰਡ ਲੈ ਕੇ ਜਾਣਾ ਚਾਹੀਦਾ ਸੀ ਸਾਨੂੰ ਵੀ ਆਹ ਰਿਕਾਰਡ ਹੈਗਾ ਸਾਡੇ ਕੋਲ। ਚਲੋ ਗੱਲ ਤੇ ਫਿਰ ਉਹੀ ਗੱਲ ਜਿਹੜੀ ਗੱਲ ਕੀਤੀ ਆ ਕੈਪਟਨ ਸਾਹਿਬ ਸਾਨੂੰ ਮੇਰੇ ਖਿਆਲ ਸ਼ਾਇਦ ਜਿਹਦਾ ਨੇ ਇੰਨੀ ਗੱਲ ਕਹੀ ਆ ਵੀ ਵੇਖੋ ਇਹ ਨੇਸ਼ਨ ਜਿਹੜੀ ਹੈ ਬਿਲਕੁਲ ਅਸੀਂ ਮੈਂ ਸ਼ੁਰੂ ਗੱਲ ਕੀਤੀ ਕਿ ਇਹ ਕੰਮ ਨੇਸ਼ਨ ਦਾ ਵਾ, ਅਦਾਲਤ ਦਾ ਕੰਮ ਨਹੀਂ ਹੈਗਾ। ਅਦਾਲਤਾਂ ਦੇ ਸੰਵਿਧਾਨ ਦੇ ਮੁਤਾਬਕ ਫੈਸਲੇ ਕਰਨੇ, ਭਾਵੇਂ ਉਹ ਅਦਾਲਤ ਅੰਗਰੇਜ਼ਾਂ ਦੀ ਆ ਤੇ ਭਾਵੇਂ ਉਹ ਅਦਾਲਤ ਜਿਹੜੀ ਭਾਰਤ ਦੀ, ਉਹਨੇ ਸੰਵਿਧਾਨ ਰੱਖਿਆ, ਸੰਵਿਧਾਨ ਕੀ ਕਹਿੰਦਾ, ਕਾਨੂੰਨ ਕੀ ਕਹਿੰਦਾ ਜੀ। ਜੀ ਵੌਇਸ ਆਫ ਸਿਟੀ 1320 AM ਚੰਦ ਫੇਰੀਆਂ ਪਈਆਂ ਨੇ ਆਮ ਆਦਮੀ ਪਾਰਟੀ ਦੀਆਂ ਇੱਥੇ, ਤੇ ਬੜਾ ਕੁਝ ਉਹਦੇ ਵਿੱਚ ਹੁੰਦਾ ਹੈ, ਬੜੀਆਂ ਗੱਲਾਂ ਬਾਤਾਂ ਹੁੰਦੀਆਂ ਨੇ, ਰੰਗਲਾ ਪੰਜਾਬ ਦਾ ਜ਼ਿਕਰ ਵੀ ਉੱਥੇ ਹੁੰਦਾ ਹੈ। ਜਿਵੇਂ ਆ ਹੁਣ ਭਾਜਪਾ ਵਾਲਿਆਂ ਦੀ ਕੰਨ ਖੜੇ ਹੋਏ ਨੇ ਕਿਉਂਕਿ ਖਤਰਾ ਅਗਲੀ ਸਰਕਾਰ ਬਣਨ ਵਾਸਤੇ, ਕਿਉਂਕਿ ਵਿਰੋਧੀ ਪਾਰਟੀਆਂ ਇਕੱਠੀਆਂ ਹੋਈਆਂ ਨੇ ਤੇ ਉਹਦੇ ਵਿੱਚ ਇਕੱਠੀਆਂ ਹੋ ਕੇ ਉਹਨਾਂ ਨੇ ਮੀਟਿੰਗ ਕੀਤੀ। ਉਸ ਮੀਟਿੰਗ ਦੇ ਵਿੱਚ ਕਿੰਨੇ ਕੁ ਮਤਲਬ ਜਿਹੜੇ ਨੇ ਭਾਜਪਾ ਦੇ ਖੈਰ ਖਵਾ ਬੈਠੇ ਹੋਣਗੇ ਜਾਂ ਪਚਾਏ ਹੋਣਗੇ ਜਾਂ ਬੈਠੇ ਹੋਣਗੇ, ਸਾਡੇ ਕੋਲ ਕੋਈ ਇਹੋ ਜਿਹਾ ਫਾਰਮੂਲਾ ਤਾਂ ਹੈ ਨਹੀਂ, ਪਰ ਸਾਨੂੰ ਪਤਾ ਲੱਗ ਜਾਂਦਾ ਹੈ ਸਾਡੇ ਚਾਹੁਣ ਵਾਲੇ, ਕਿਤੇ ਸੱਚ ਨੂੰ ਚਾਹੁਣ ਵਾਲੇ ਜਿਹੜੇ ਬੈਠੇ ਹੁੰਦੇ ਨੇ, ਜਾਂ ਸਾਨੂੰ ਪਿਆਰ ਕਰਨ ਵਾਲੇ ਬੈਠੇ ਹੁੰਦੇ ਨੇ, ਜਾਂ ਜਿਹੜੇ 1997 ਤੇ ਸੁਣਦੇ ਨੇ ਵੀ ਇਹ ਤਾਂ ਵਿਗੜਿਆ ਹੋਇਆ ਇੱਦਾਂ ਦਾ ਹੀ ਆ, ਇਹਨੇ ਹਰ ਗੱਲ ਕਹਿਣੀ ਆ, ਜਾਂ ਇਹਦੀ ਟੀਮ ਨੇ ਵੀ ਇਹ ਗੱਲ ਕਹਿਣੀ ਹੈ। ਜਿੱਦਾਂ ਹੁਣ ਨਾਨਕਸਰ ਕਲੇਰਾਂ ਵਾਲੀ ਗੱਲ ਪੱਟੀ ਸਾਹਿਬ ਸਵੇਰੇ ਚੱਲੀ ਹੈ, ਉਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ, ਉਹ ਆਪਣੀ ਟੀਮ ਦੇ ਬੰਦੇ ਨੇ ਹੀ 100 ਪੱਤਰਕਾਰ ਕਹਿੰਦੇ ਇਕੱਠਾ ਹੋ ਗਿਆ ਉੱਥੇ, ਕਿਸੇ ਨੇ ਹਿੰਮਤ ਨਹੀਂ ਕੀਤੀ ਕਿਉਂਕਿ ਸ਼ਰਧਾਵਾਨ ਹੁੰਦੇ ਨਾ ਇਲਾਕੇ ਦੇ ਲੋਕ, ਹਨਾ। ਤੇ ਰਣਬੀਰ ਰਾਣਾ ਮੁੰਡਾ ਉਹਨੇ ਵੀਡੀਓ ਪਾਤੀ ਆ ਤੇ ਕੇਸ ਉਸ ਮਾਮਲੇ 'ਚ ਦਰਜ ਆ, ਤੇ ਮੈਨੂੰ ਕਿੰਨੇ ਫੋਨ ਆਏ ਨੇ ਅੱਜ, ਮੈਂ ਜਾਣਦਾ ਜਾਂ ਮੇਰਾ ਵਾਹਿਗੁਰੂ ਜਾਣਦਾ ਭਈ ਤੁਹਾਡੇ ਪੱਤਰਕਾਰ ਸਾਰੇ ਇੱਕੋ ਜਿਹੇ ਆ। ਮੈਂ ਕਿਹਾ ਵੀ ਉਹ ਉਹਨਾਂ ਦਾ ਫਰਜ਼ ਨਿਭਾਇਆ, ਉਹਨਾਂ ਵਾਸਤੇ ਵੀ ਗੁਰੂ ਗ੍ਰੰਥ ਸਾਹਿਬ ਉਹੋ ਜਿਹਾ ਜਿਹੋ ਜਿਹਾ ਤੁਹਾਡੇ ਵਾਸਤੇ ਆ, ਹੋ ਸਕਦਾ ਤੁਹਾਡੇ ਵਾਸਤੇ ਮਤਲਬ ਉਹਦੀ ਅਹਿਮੀਅਤ ਨਾਲ ਉਹਨੇ ਫਰਜ਼ ਨਿਭਾਤਾ ਕਿ ਭਈ ਮੈਂ ਵੀਡੀਓ ਪਾਊਂਗਾ, ਮੈਂ ਪਾਊਂਗਾ, ਲਾਊਂਗਾ ਖਬਰ, ਤੁਸੀਂ ਲਾਉਣੀ ਨਹੀਂ ਲਾਓ। ਰੰਗਲਾ ਪੰਜਾਬ ਦੇ ਬੈਨਰ ਹੇਠ ਲੱਗ ਗਿਆ, ਕੇਸ ਦਰਜ ਹੋ ਗਿਆ। ਬਿਲਕੁਲ ਉਸੇ ਤਰ੍ਹਾਂ ਜਿਵੇਂ ਅਸੀਂ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਰਾਤ ਨੂੰ ਸੇਵਾ ਕਰਨ ਵਾਲੇ, ਤਰਨਤਾਰਨ ਸੇਵਾ ਕਰਨ ਵਾਲੇ ਜਥੇਦਾਰ ਪਹੁੰਚੇ ਸੀ, ਸ਼ਟਰਿੰਗ ਬੰਦ ਕਰਵਾਈ, ਤੁਸੀਂ ਉਹ ਸਰੋਵਰ ਪੂਰਨ ਤੋਂ ਹਟਾਇਆ, ਇਹ ਕਿਤੇ ਨਾ ਕਿਤੇ ਤਾਂ ਫਰਕ ਕਰਦਾ ਹੈ, ਹਨਾ। ਹੁਣ ਜਿਹੜੀਆਂ ਫੇਰੀਆਂ ਪਈਆਂ ਨੇ ਇੱਥੇ, ਉਹ ਫੇਰੀਆਂ ਦੇ ਵਿੱਚ ਸਾਡੀ ਚਰਚਾ ਹੁੰਦੀ ਰਹੀ ਹੈ, ਚਰਚਾ ਦੀ ਖਬਰ ਸਾਨੂੰ ਪਹੁੰਚ ਜਾਂਦੀ ਹੈ, ਚਾਹੇ ਉਹ ਬੰਦਾ ਕਹਿਣ ਵਾਲਾ ਕਿਸੇ ਤਰੀਕੇ ਨਾਲ ਕਹੇ, ਬਾਕੀ ਸਮਝ ਕਹਿੰਦੇ ਕਿ ਰਾਖੀ ਨੂੰ ਸੈਣ ਕਦੇ ਨੂੰ ਸੋਟਾ ਜੀ ਜੀ ਤੇ ਸਾਨੂੰ ਪਹੁੰਚ ਜਾਂਦੀ ਹੈ। ਉਹ ਕਹਿੰਦੇ ਨੇ ਕੰਨਾਂ ਦੇ ਵੀ ਕੰਨ ਹੁੰਦੇ ਨੇ। ਬਿਲਕੁਲ ਜੀ ਬਿਲਕੁਲ। ਤਾਂ ਭਈ ਇਹ ਨਾ ਸੋਚੀਏ ਕਿ ਸਾਰੇ ਸਾਡੇ ਹੀ ਖੈਰ ਖੁਆਹ ਨੇ ਤੇ ਸਾਡੇ ਸਾਰੇ ਦੁਸ਼ਮਣ ਨੇ। ਸਾਡੇ ਚਾਹੁਣ ਵਾਲਿਆਂ ਦੀ ਵੀ ਲਿਸਟ ਬੜੀ ਲੰਬੀ ਹੈ, ਨਾ ਚਾਹੁਣ ਵਾਲਿਆਂ ਦੀ ਤਾਂ ਬਹੁਤ ਜ਼ਿਆਦਾ ਲੰਬੀ ਹੋ ਸਕਦੀ ਹੈ। ਜਦੋਂ ਸਾਨੂੰ ਇਹ ਕਹਿੰਦੇ ਯਾਰ ਕੀ ਲੈਣਾ, ਹਨਾ, ਇਹ ਕਹਿ ਦਿੰਦੇ ਕੀ ਲੈਣਾ ਚਾਵਲਾ ਹੀ ਛੱਡੋ ਯਾਰ, ਹਨਾ, ਫਿਰ ਸਮਝ ਚਾਹੀਦਾ ਕਿ ਕਿਤੇ ਗੱਲ ਜ਼ਰੂਰ ਹੋਈ ਹੈ ਕੋਈ, ਵੀ ਸਾਡੇ ਇਹ ਦਿਲੋਂ ਕਹਿ ਰਿਹਾ ਕੀ ਲੈਣਾ। ਭਾਈ ਜੀ ਕੀ ਕਰੀਏ, ਖਬਰ ਅੱਜ ਤੇ ਖਬਰ ਹੀ ਸੁਣਾਈ ਹੈ। ਹੁਣ ਸਾਡਾ ਅੰਦਾਜ਼ੇ ਬਿਆਨ ਨਹੀਂ ਕਿਸੇ ਨੂੰ ਚੰਗਾ ਲੱਗਦਾ, ਉਹ ਦੈਟਸ ਅ ਡਿਫਰੈਂਟ ਸਟੋਰੀ। ਇਹਦੇ ਲਈ ਖਿਮਾ ਦੇ ਜਾਚ ਬਿਲਕੁਲ ਠੀਕ ਹੈ। ਅੰਦਾਜ਼ੇ ਬਿਆਨ ਦੇ ਉੱਤੇ ਕਿੰਤੂ ਪਰੰਤੂ ਹੋ ਸਕਦਾ ਵੀ ਕਿਸੇ ਨੂੰ ਚੰਗਾ ਨਾ ਲੱਗੇ। ਬਾਕੀ ਭਈ ਹੁਣ ਫੇਰੀਆਂ ਪਈਆਂ ਨੇ ਤੇ ਹੁਣ ਕਈ ਕੁਝ ਕਹਿ ਕੇ ਹਦਾਇਤਾਂ ਵੀ ਜਾਰੀ ਹੋਈਆਂ ਹੋਣਗੀਆਂ, ਸਮਝ ਮੈਂ ਆਪਾਂ ਚੱਲਦੇ ਹਾਂ ਫਿਰ ਸਵੇਰੇ ਮੁਲਾਕਾਤ ਕਰਾਂਗੇ। ਕਹਿੰਦੇ ਆ ਕਿ ਦਿੱਲੀ ਵਾਲੀ ਕੋਠੀ ਖਾਲੀ ਕਰਾਈ ਹੈ ਕਿਸੇ ਮੁੱਖ ਲੀਡਰ ਕੋ, ਉੱਥੋਂ ਸ਼ੁਰੂ ਕਰਾਂਗੇ ਸਵੇਰੇ ਫਿਰ। ਸਤਿ ਸ੍ਰੀ ਅਕਾਲ। ਠੀਕ ਹੈ ਜੀ, ਅੱਛੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।